गुरु ग्रंथ साहिब जी महाराज। आप नारायण कलाकार जग में परवरियो निरंकार अकार ज्योत जग मंडल करियो। सुनी पुकार दतार प्रभ दीन दयाल सुन बेनती। हर प्रभ हर राया राम राजी। सुनी पुकार दतार प्रभ गुरु नानक जग माही बिठाया। कल ताजन गुरु नानक आया। कल ताजन गुरु नानक आया। नमस्कार तेरिया चरना ते। जी नमस्कार तेरिया चरना ते। दुनिया नूं तारन वाले नमस्कार तेरिया चरना ते। दुनिया नूं तारन वाले मेरी नमस्कार तेरे चरना ते। दुनिया नूं तारन वाले मेरी नमस्कार तेरे चरना ते। दुनिया नूं तारन वाले
ਵਾਹਿਗੁਰੂ 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 ਜਪੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਵਾਹਿਗੁਰੂ ਵਾਹਿਗੁਰੂ ਜਪ ਲੋ ਜੀ ਵਾਹਿਗੁਰੂ 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 ਆਨੰਦ ਪ੍ਰਾਪਤ ਨਹੀਂ ਹੋਣਾ। ਪਰਮਾਤਮਾ ਦੇ ਨਾਮ ਵਿੱਚ ਅਸਲੀ ਆਨੰਦ ਹੈ। ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਆਨੰਦ ਆਇਆ ਤੇ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਦਾ ਉਚਾਰਨ ਕਰਤਾ ਜੀ। ਗੁਰੂ ਨਾਨਕ ਸਾਹਿਬ ਨੂੰ ਆਨੰਦ ਆਇਆ, ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ। ਬਾਜਾਂ ਵਾਲੇ ਗੁਰਾਂ ਨੂੰ ਆਨੰਦ ਆਇਆ, ਮਹਾਰਾਜ ਨੇ ਜਾਪ ਸਾਹਿਬ ਦਾ ਆਨੰਦ ਬਾਣੀ ਵਿੱਚ ਕਹਿ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਆਨੰਦ ਆਇਆ, ਪਾਵਨ ਗੁਰਬਾਣੀ ਸੁਖਮਨੀ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ। ਬੇਅੰਤ ਬਾਣੀਆਂ ਉਚਾਰੀਆਂ ਨੇ, ਆਨੰਦ ਆਇਆ। ਆਓ ਜੀ ਸਾਨੂੰ ਵੀ ਕਿਤੇ ਆਨੰਦ ਆਵੇ ਪਰਮਾਤਮਾ ਦੇ ਨਾਮ ਵਿੱਚੋਂ। ਆਨੰਦ ਲੈਣ ਵਾਸਤੇ ਆਏ ਆ। ਜੀਵਨ ਦਾ ਅਸਲੀ ਮਨੋਰਥ ਕੁਝ ਹੋਰ ਹੈ। ਇਸ ਮਨੋਰਥ ਨੂੰ ਸਮਝੀਏ। ਗੁਰੂ ਜੀ ਦੀ ਬਾਣੀ ਨੇ ਕੁਝ ਲੁਕੋਇਆ ਨਹੀਂ। ਮਹਾਰਾਜ ਨੇ ਸਾਨੂੰ ਜੀਵਨ ਜਾਂਚ ਸਿਖਾਈ ਹੈ। ਆਪਾਂ ਸਿੱਖਣਾ ਹੈ, ਇੱਕ ਇੱਕ ਸ਼ਬਦ ਸੁਣ ਕੇ ਸਿੱਖਣਾ ਹੈ। ਜਦੋਂ ਅਸੀਂ ਸਿੱਖਾਂਗੇ, ਸੁਣਾਂਗੇ, ਪਿਆਰੇ ਹੋ ਸਿਆਣੇ ਹੋ ਜਾਣਾ। ਮਹਾਰਾਜ ਦੀ ਬਾਣੀ ਸਾਨੂੰ ਸਿਆਣੇ ਕਰਦੀ ਹੈ। ਕਿਤੇ ਤੇਰੀ ਉਮਰ ਨਾ ਲੰਘ ਜੇ। ਸੰਸਾਰ ਦੀਆਂ ਇਹ ਜਿਹੜੀਆਂ ਤਕਲੀਫਾਂ ਨੇ, ਜਿਹੜੀਆਂ ਤੇਰੇ ਜੀਵਨ ਵਿੱਚ ਆ ਰਹੀਆਂ ਨੇ, ਬਸ ਇਹਨਾਂ ਨੂੰ ਤੂੰ ਜੀਵਨ ਸਮਝਿਆ, ਪਰ ਤੇਰਾ ਜੀਵਨ ਕੁਝ ਹੋਰ ਹੈ। ਤੇਰਾ ਨਿਸ਼ਾਨਾ ਕੁਝ ਹੋਰ ਹੈ। ਮਹਾਰਾਜ ਦੀ ਬਾਣੀ ਨੇ ਉਹ ਨਿਸ਼ਾਨੇ ਤੇ ਸਾਨੂੰ ਪਹੁੰਚਾਉਣ ਦਾ ਯਤਨ ਕੀਤਾ। ਜਿਨ੍ਹਾਂ ਨੇ ਆਨੰਦ ਮਾਣਿਆ, ਬਾਣੀ ਨੂੰ ਸੁਣਿਆ, ਨਿਧਿਆਸਨ ਕੀਤਾ, ਮੰਨਣ ਕੀਤਾ, ਉਹ ਅਸਲੀ ਮੁਕਾਮ ਤੇ ਪਹੁੰਚ ਗਏ। ਇਹ ਨਹੀਂ ਵੀ ਉਹਨਾਂ ਨੂੰ ਰਾਹ ਨਹੀਂ ਮਿਲਿਆ, ਰਾਹ ਮਿਲਿਆ ਜੀ। ਉਹ ਚੱਲਦੇ ਗਏ ਦਿਨ ਰਾਤ। ਉਹਨਾਂ ਨੇ ਮੰਜ਼ਿਲ ਤੈਅ ਕੀਤੀ। ਉਹਨਾਂ ਨੇ ਘੜੀਆਂ ਨਹੀਂ ਵੇਖੀਆਂ, ਉਹਨਾਂ ਨੇ ਸਮਾਂ ਨਹੀਂ ਵੇਖਿਆ। ਜੁੜੇ ਰਹੇ, ਜਪਦੇ ਰਹੇ, ਸੁਣਦੇ ਰਹੇ। ਆਨੰਦ ਦੀ ਅਵਸਥਾ ਵਿੱਚ ਪਹੁੰਚ ਗਏ। ਸਿਮਰਨ ਸੁਣਾਈ ਦਿੱਤਾ, ਨਾਮ ਸੁਣਾਈ ਦਿੱਤਾ। ਪਰਮਾਤਮਾ ਘਟਾ ਘਟਾ ਵਿੱਚ ਨਜ਼ਰੀ ਆਇਆ। ਹਵਾ ਦੇ ਬੁੱਲਿਆਂ ਵਿੱਚੋਂ ਪਰਮੇਸ਼ਰ ਦਾ ਨਾਮ ਸੁਣਿਆ ਜੀ। ਰੋਮਾਂ ਵਿੱਚੋਂ ਪਰਮੇਸ਼ਰ ਦੇ ਸ਼ਬਦ ਦੀ ਸੁਣਾਈ ਹੋਈ। ਗੁਰਮੁਖਾਂ ਨੇ ਰੋਮ ਰੋਮ ਝਾਉਣਾ ਕੀਤਾ। ਮਨੁੱਖਾ ਜਨਮ ਬੜਾ ਕੀਮਤੀ।
ये जामा बड़ा दुर्लभ है, यदि सार नूं जाणी है जी। आ संसार दीयां गल्लां, संसार दीयां झूठियां वडियाइयां इत्थे रह जाणीआं। साहब की बाणी का बड़ा उच्चा सुच्चा दर्जा है। गुरु नानक साहब ने संसार से आके होका लाया, जगाया। ऐ दुनिया के लोगों, जीवन के असली मनोरथ नूं जाणीए। किथे पापां विच ना जीवन लंघ जे, गुनाहियां करदियां जीवन लंघ ना जावे, ठगियां मारदे चोरियां करदे किते समा ना लंघ जे। ये असली लाहा मुड़ के नहीं मिलना। जपो सारे वाह गुरु वाह गुरु वाह गुरु वाह वाह गुरु। प्रेम ना जपो वाह गुरु 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 गुरु वाह गुरु वाह। जपो जी वाह गुरु वाह गुरु। प्रेम ना जपो अपनी सुरत नूं शब्द नाल जोड़ी। साह आ रहे ने, इन्हां साहां दे नाल जपीए वाह गुरु वाह गुरु वाह। धुन मैं ध्यान ध्यान साडी धुन विच होना चाहिए। मुख विच वाहिगुरू शब्द होना चाहिए। जदों ध्यान धुन विच उठिया, त्रिकुटी विच टकाओ कीता। कीड़ा और सुखमना, कीड़ा और सुखमना और पिंगला, तीन वसै बिठाई। फिर अमल की धारा बहती है। गंगा जमुना सरस्वती तीन नदियां का समेल जदों होंदा है ते पानी दीयां छल्लां पैंदियां। अमृत दी अमृत रस दी अमृत के झरने बगदे ही उदों ने। हालात नूं जोड़िए, पुरनियां नूं रोकीए, जपना करिए ध्यान दे नाल। गुरु वाह 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 गुरु वाह
सब कोई, जय जयकार करे सब कोई, जय जयकार करे सब कोई, कार करे सब कोई, जय जयकार करे सब कोई, कार करे सब कोई, जय जयकार करे सब कोई, कार करे सब कोई, जय जयकार करे सब कोई, कार करे सब कोई, जय जयकार करे सब कोई, हो रही है तेरी जय जयकार, 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 हो रही है तेरी जय जयकार। वाहिगुरु 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 परम सत्कारयोग सतगुरु जी दी सजी और निवाजी हुई गुरु रूप गुरु खालसा साध संगत जीओ, आखो जी वाहिगुरु जी का खालसा वाहिगुरु जी की फतेह। आगे आव सिंह जो आवे, वाहिगुरु जी की फतेह बुलावे। महाराज जी ने बड़ी महान कृपा की है, ਆਪਾਂ ਸਾਰਿਆਂ ਨੂੰ ਰਲ ਕੇ ਮਿਲ ਕੇ ਬੈਠਣ ਦਾ ਸੁਭਾਗ ਭਰਿਆ ਸਮਾਂ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਡੇ ਪਤਾ ਨਹੀਂ ਕਿੰਨੇ ਕੁ ਵੱਡੇ ਭਾਗ ਨੇ, ਇਹ ਸਾਨੂੰ ਨਹੀਂ ਪਤਾ। ਇਸ ਭਿਆਨਕ ਸਮੇਂ ਦੇ ਅੰਦਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇੜੇ ਹੋ ਕੇ ਬੈਠੇ ਹਾਂ। ਚੱਕੀ ਚੱਲ ਰਹੀ ਹੈ, ਦਾਣੇ ਪੀਸਣ ਵਾਲਾ ਪੀਸ ਰਿਹਾ ਹੈ, ਚੱਕੀ ਆਟਾ ਪੀ ਰਹੀ ਹੈ, ਕਿਉਂਕਿ ਚੱਕੀ ਦਾ ਕੰਮ ਹੀ ਆਟੇ ਨੂੰ ਪੀਸਣਾ ਹੈ। ਸਾਰਾ ਹੀ ਆਟਾ ਪੀਸਿਆ ਗਿਆ ਹੈ, ਪਰ ਕਮਾਲ ਦੀ ਗੱਲ ਇਹ ਹੈ ਪਿਆਰਿਓ, ਕੁਝ ਦਾਣੇ ਬਚ ਗਏ ਨੇ। ਆਟਾ ਸਾਰਾ ਪੀਸਿਆ ਗਿਆ ਹੈ, ਪਰ ਬਚੇ ਕਿਹੜੇ ਨੇ? ਜਿਹੜੇ ਕਿੱਲੀ ਦੇ ਨਾਲ ਲੱਗੇ ਰਹੇ। ਉਹ ਬਚ ਗਏ ਪੀਸਣ ਤੋਂ, ਉਹ ਚੱਕੀ ਦੇ ਪੌੜਾਂ ਹੇਠਾਂ ਨਹੀਂ ਆਏ, ਉਹਦਾ ਬਚਾਅ ਹੋ ਗਿਆ। ਹਾਲਾਂਕਿ ਚੱਕੀ ਦਾ ਸੁਭਾਅ ਏ, ਉਹਨੇ ਪੀਸ ਕੇ ਰੱਖ ਦੇਣਾ। ਦਾਣਾ ਜਿੱਡਾ ਮਰਜ਼ੀ ਮੋਟਾ ਕਿਉਂ ਨਾ ਹੋਵੇ, ਬਰੀਕ ਕਿਉਂ ਨਾ ਹੋਵੇ, ਉਹਨੇ ਪੀਸਣਾ ਹੀ ਪੀਸਣਾ। ਆ ਕਲਯੁਗ ਦੇ ਸਮੇਂ ਦੇ ਅੰਦਰ ਵੀ ਚੱਕੀ ਚੱਲ ਰਹੀ ਹੈ। ਕਲਾ ਕਲੇਸ਼ ਦੀ, ਦੁੱਖਾਂ ਦੀ, ਤਕਲੀਫਾਂ ਦੀ, ਚਿੰਤਾਵਾਂ ਦੀ, ਦਿਨ ਰਾਤ ਅਸੀਂ
चिंतावां विच पीसे जा रहे हैं, दुखां विच पीसे जा रहे हैं। बचे कौन? साध संगत ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਰਹੇ, ਮਹਾਰਾਜ ਦੇ ਚਰਨਾਂ ਨਾਲ ਜੁੜ ਗਏ, ਉਹ ਬਚ ਗਏ, ਉਹਨਾਂ ਦਾ ਬਚਾਅ ਹੋ ਗਿਆ। ਤੇ ਸਾਹਿਬ ਦੀ ਗੁਰਬਾਣੀ ਦਾ ਬਚਨ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਅਸੀਂ ਲਾਹਾ ਲੈਣ ਵਾਸਤੇ ਸੰਸਾਰ ਵਿੱਚ ਆਏ ਹਾਂ। ਸਾਡੇ ਜੀਵਨ ਦਾ ਅਸਲੀ ਮਨੋਰਥ ਇਹ ਹੈ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਸਾਰ ਤੇ ਆਏ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹ ਗੁਰੂ ਨੇ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਸਤਿਗੁਰੂ ਨਾਨਕ ਕਹਿ ਕੇ ਪੁਕਾਰਿਆ। ਆਪਣੀਆਂ ਬਾਰਾਂ ਵਿੱਚ ਲਿਖਿਆ ਹੈ, ਆਖਿਆ ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਸੱਚ ਦਾ ਸੂਰਜ ਚੜਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਸਾਰ ਤੇ ਆਏ ਤੇ ਪਾਪਾਂ ਰੂਪੀ ਧੁੰਦ ਜਿਹੜੀ ਮਿਟ ਗਈ, ਪਾਪ ਬੜੇ ਹੋ ਰਹੇ ਸੀ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਸੱਚ ਕਾਲ ਕੁੜ ਵਰਤਿਆ ਕਲ ਕਲ ਕੀ ਬੀਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਲ। ਕੋਈ ਨਿਆਂ ਕਰਨ ਵਾਲਾ ਹੈ ਹੀ ਨਹੀਂ, ਸੱਚ ਨੂੰ ਸੁਣਨ ਵਾਲਾ ਹੈ ਹੀ ਨਹੀਂ, ਸੱਚ ਨੂੰ ਸੁਣਾਉਣ ਵਾਲਾ ਕੋਈ ਹੈ ਹੀ ਨਹੀਂ। ਧਰਤੀ ਤੋਂ ਪਾਪ ਝੱਲੇ ਨਹੀਂ ਜਾ ਰਹੇ, ਧਰਤੀ ਰੋ ਰਹੀ ਹੈ, ਰੋ ਰੋ ਕੇ ਕੁਰਲਾ ਰਹੀ ਹੈ। ਜਿਵੇਂ ਕੋਈ ਕਮਲਾ ਪੁਰਸ਼ ਨਹੀਂ ਰੋਂਦਾ ਜਿਹਨੂੰ ਆਪਣੇ ਸਰੀਰ ਦੀ ਸ਼ੁੱਧ ਬੁੱਧ ਨਾ ਹੋਵੇ। ਤੇ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਉਂਦਾ, ਕਹਿੰਦੇ ਧਰਤੀ ਵੀ ਕਮਲੀ ਹੋ ਗਈ, ਕਲ ਮਲ ਹੋਈ ਵੇਦਨੀ। ਮੇਦਨੀ ਕਹਿੰਦੇ ਨੇ ਧਰਤੀ ਨੂੰ, ਕਮਲੀ ਜੀ ਹੋ ਗਈ ਧਰਤੀ ਵੀ। ਮੈਂ ਕਰਾਂ ਤੇ ਕਰਾਂ ਕੀ, ਵੀ ਮੇਰੇ ਉੱਪਰ ਪਾਪ ਹੀ ਬੜੇ ਵੱਧ ਗਏ ਨੇ, ਜ਼ੁਲਮ ਹੀ ਬੜਾ ਹੋ ਰਿਹਾ ਹੈ। ਸੱਚ ਦੀ ਆਵਾਜ਼ ਹੀ ਨਹੀਂ ਕੋਈ ਉਠਾਉਂਦਾ, ਕੋਈ ਹੈ ਹੀ ਨਹੀਂ ਦੁਨੀਆ ਤੇ। ਫਿਰ ਕੀ ਕੀਤਾ? ਮਾਰੇ ਕਹਿੰਦੇ ਅਰਦਾਸ ਕਰੇ ਲਿਵ ਲਾਏ। ਧਰਤੀ ਨੇ ਲਿਵ ਲਾ ਕੇ ਇੱਕ ਮਨ ਇੱਕ ਚਿੱਤ ਲਿਵ ਲਾ ਕੇ ਅਰਦਾਸ ਕੀਤੀ, ਹੈ ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਵਾਹਿਗੁਰੂ, ਮੇਰੇ ਕੋਲੋਂ ਇਹ ਪਾਪਾ ਰੂਪੀ ਭਾਰ, ਪਾਪਾ ਰੂਪੀ ਪੰਡ ਚੁੱਕੀ ਨਹੀਂ ਜਾ ਰਹੀ, ਕਿਰਪਾ ਕਰੋ, ਕੋਈ ਅਵਤਾਰ ਹੀ ਭੇਜ ਦਿਓ। ਅਬ ਸਮਾਤਾਰ ਉੱਚੇ ਤੋਂ ਨੀਵੇਂ ਆਉਣਾ। ਤੇ ਭਾਈ ਗੁਰਦਾਸ ਜੀ ਕਹਿੰਦੇ ਅਵਤਾਰ ਕਦੋਂ ਆਉਂਦੇ ਨੇ? ਜਬ ਜਬ ਹੋਵੇ ਧਰਮ ਗਿਲਾਨੀ, ਤਬ ਦਰ ਆਇਓ ਅਵਤਾਰ ਮਹਾਨੀ। ਜਦੋਂ ਧਰਤੀ ਤੇ ਧਰਮ ਦੀ ਹਾਨੀ ਹੋਣ ਲੱਗ ਪਵੇ ਨਾ, ਉਸ ਸਮੇਂ ਸੰਸਾਰ ਤੇ ਅਵਤਾਰ ਆਉਂਦੇ ਨੇ। ਇਹ ਕਾਰਨ ਹੈ। ਇਹ ਸੱਚੇ ਸੁਣਿਆ ਕੰਨ ਦੇ ਬੋਲੇ ਧੀਰਜ ਸਹਿਜ ਸੁਭਾਇਆ। ਧਰਤੀ ਦੀ ਵਿਕਾਰ ਨੂੰ ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਨੇ ਸੁਣਿਆ ਜੀ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਰੱਬ ਨੇ ਸੁਣ ਲਿਆ ਜੀ ਅਰਦਾਸ ਨੂੰ, ਸਭਨਾਂ ਦੀ ਸੁਣਦਾ ਹੈ। ਅੱਗੇ ਵੀ ਬੇਨਤੀ ਕੀਤੀ ਸੀ, ਲੋੜ ਹੈ ਜੀ ਭਾਵਨਾ ਦੀ। ਸਤਿਗੁਰੂ ਜੀ ਸਾਡੀ ਭਾਵਨਾ ਵੇਖਦੇ ਨੇ। ਤੇ ਸਾਧ ਸੰਗਤ ਜੇ ਹੁਣ ਕੋਈ ਕਹੇ ਵੀ ਭਾਵਨਾ ਤੇ ਮੈਂ ਬੜੀ ਰੱਖਦਾ ਆ, ਮੇਰੇ ਜੀ ਦੀ ਸ਼ਰਧਾ ਨਹੀਂ ਕਿਸੇ ਦੀ, ਪਰ ਸਭ ਤੋਂ ਵੱਡੀ ਗੱਲ ਹੈ ਗੁਰੂ ਜੀ ਦਾ ਹੁਕਮ ਮੰਨਣਾ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਕਸਮੇ ਕਾ ਮਹਿਲ ਪਾਈ ਸੀ।
जे कोई गुरु का हुक्म मन लैंदा प्राप्ति भी उसे नूं ही है। ये नहीं प्राप्ति होंदी नहीं, कदे नहीं हो सकता। गुरु नानक दे घर विच सुते सिद्ध ही करामातां वरतदियां ने। बहादुर शाह दा जिहड़ा टीचर सी ना, उन्हें पढ़ाउण वाला, उन्हें सिक्ख्या देण वाला, जदों चोजी प्रीतम बाजा वाले सतगुरु गुरु कलगीधर पातशाह महाराज नूं बहादुर शाह ने अपने पलंग ते बिठाया ना, सब तो पहला दुख उहनूं लग्या भी मैं इहदा गुरु हां ते इहने मैनूं कदे अपने आसन ते नहीं बिठाया ते बाजा वाले नूं बिठा दित्ता। क्योंकि बहादुर शाह गुरु की कला तो जाणू सी। ते उन्हें की कीता, गुरु कलगीधर पातशाह महाराज दे नेड़े हो के एक गल उन्हें आखी, कहंदा जी करामात दिखाओ। मैं सुनिया तुसी गुरु साहबानां दी पदवी दे उपर रहो, गुरु नानक साहब महाराज की गुरता गद्दी ते विराजमान हो। मैं सुनिया गुरु नानक साहब महाराज ने अनेकां पापी तारे करामातां कीतियां, कौडे राक्षस वर्गियां दा उद्धार कीता, सज्जन ठग वर्गियां नूं तारिया, कारू बादशाह वर्गियां नूं तार दिता, बड़े बड़े सिद्धां दीयां मंडलियां जित्तियां बाबे नानक ने। मैनू करामात दिखाओ। महाराज कहने लगे करामात ही है, सानू उच्चे आसन ते बहादुर शाह ने बिठा दिता है, इस तो बड़ी करामात की हो सकती। कहंदा नहीं, ये ते बादशाह की भावना है, मेरे ऊपर नहीं बनी, तुहाडे ऊपर बन गई तां बिठा दिता है। मारे कहते करामात ही है, बादशाह का हुक्म सारी सेना मनदी, ये भी करामात ही है, सारे लोग प्रजा मनदी है, एहलकार मनदे ने, तुम ही मनना ही है भावें ओहदा गुरु है, ये भी करामात ही है। वो कहन लग्या भी वो एक राजा है बहादुर शाह, तां ओहदा सानू हुक्म मनना पैंदा है, भी ये करामात नहीं। फिर सतगुरु गुरु कलगीधर पातशाह महाराज ने वेख्या भी जदों ये टिक के नहीं ना बहिंदा, ये हुण नहीं टिक रहा, ते महाराज कहंदे भी जे असीं तैनूं करामात विखा दईए फिर ना ते नहीं करदा। कहंदे जी मैं काहदी ना करनी, तुसीं मैनूं करामात विखाओ ते सी ना, मैं वेखना चाहुंदा। ते महाराज कहंदे तगड़ा हो जा, सावधान हो जा। कहंदा जी दिखाओ तुसीं। फिर गुरु कलगीधर पातशाह महाराज ने जदों अपनी म्यान विचों शमशीर कड्डी ते बदलां विच गरज पई, लिशकारे पए शमशीर दे, ते महाराज कहंदे हुण धौण कटाउण वास्ते तैयार हो जा, ना ना कई थर थर कंबण लग पए। गुरु कलगीधर पातशाह महाराज कहन लगे जदों कोई टिक के ना बवे ना, फिर उन्हें सोधा लाउणा, आ शमशीर दे नाल इस तो वड्डी होर कोई करामात नहीं है। हैरान हो गया, बख्श दिओ कहन लग्या मैनूं, गुस्ताखी माफ करो सच्चे पातशाह, सब तो वड्डी करामात साध संगत साडे गुरु साहिबाना ने सानू बख्शिश कीती है। बाणी ने बाणी दा जहाज साडी झोली विच पाया है। गुरु ग्रंथ साहिब महाराज दी बाणी तो ऊपर कोई वड्डी करामात नहीं। सिख दुख होवे सुख होवे महाराज दे चरणां विच अरदास करे जी। किड्डियां वड्डियां वड्डियां करामातां इतिहास गवाह है, साखी है, साक्षी है। संस्कृत का शब्द है साक्षी, कहते गवाह नूं।
ਤਨ ਆਰਿਆਂ ਨਾਲ ਚੀਰੇ ਗਏ, ਖੋਪਰ ਲੈ ਗਏ। ਕਿੱਡੀਆਂ ਕਿੱਡੀਆਂ ਵੱਡੀਆਂ ਕਰਾਮਾਤਾਂ ਨੇ। ਇਸ ਤੋਂ ਵੱਡੀਆਂ ਕਰਾਮਾਤਾਂ ਕੀ ਹੋ ਸਕਦੀਆਂ ਨੇ? ਤੱਤੀ ਤਵੀ ਤੇ ਬਹਿ ਜਾਣਾ। ਕਹਿਣ ਦਾ ਭਾਵ ਕੀ ਹੈ ਕਿ ਸਤਿਗੁਰ ਦੇ ਦਰ ਘਰ ਵਿੱਚ ਜਿਹਦੀ ਭਾਵਨਾ ਹੈ ਉਹ ਖਾਲੀ ਨਹੀਂ ਮੁੜਦਾ। ਮੁੜਦੇ ਉਹ ਨੇ ਜਿਨ੍ਹਾਂ ਦੀ ਭਾਵਨਾ ਨਹੀਂ, ਪ੍ਰੇਮ ਨਹੀਂ ਹੈ। ਜਿੰਨਾ ਮਰਜ਼ੀ ਅਸੀਂ ਆਖੀ ਜਾਈਏ, ਜਦੋਂ ਗੁਰੂ ਸਾਹਿਬ ਕਿਤੇ ਹੁਕਮਨਾਮਾ ਵੀ ਸਾਨੂੰ ਬਖਸ਼ਦੇ ਹੁਣ, ਅਸੀਂ ਵਿਚਾਲੀ ਉੱਠ ਕੇ ਚੱਲ ਜਾਂਦੇ ਹਾਂ। ਅੱਜ ਦਾ ਸਮਾਂ ਬੜਾ ਸੁਖਾਲਾ ਜਿਹਾ ਹੋ ਗਿਆ। ਅੱਜ ਤੇ ਫੋਨ ਦੀ ਇੱਕ ਰਿੰਗ ਵੱਜਣ ਦੀ ਦੇਰ ਹੈ, ਜਦੇ ਨੂੰ ਅਸੀਂ ਬਾਹਰ ਨੂੰ ਭੱਜਦੇ ਹਾਂ। ਸਾਨੂੰ ਗੁਰੂ ਸਾਹਿਬ ਦਾ ਸਤਿਕਾਰ ਮੁੱਖ ਰੱਖਣਾ ਚਾਹੀਦਾ ਪਿਆਰਿਓ। ਮਹਾਰਾਜ ਦਾ ਇੱਕ ਇੱਕ ਬਚਨ ਜਿਹੜਾ ਧਿਆਨ ਨਾਲ ਸੁਣਦਾ ਹੈ, ਮਹਾਰਾਜ ਦੀ ਉਸੇ ਉੱਪਰ ਖੁਸ਼ੀ ਹੈ। ਫਿਰ ਉਹੀ ਜੀਵ ਪ੍ਰਵਾਨ ਹੁੰਦੇ ਨੇ। ਉਹਨਾਂ ਦੀ ਭਾਵਨਾ ਜਿਹੜੀ ਹੈ ਸਤਿਗੁਰੂ ਜੀ ਵੇਖਦੇ ਨੇ, ਤੱਕਦੇ ਨੇ। ਪਰ ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਤਾਣ ਮਿਲਦਾ ਹੈ। ਇਹ ਦਾਦੀ ਐਸਾ ਹੈ। ਸਾਹਿਬ ਦੇ ਐਸੇ ਬਚਨ ਬਾਣੀ ਵਿੱਚ ਆਉਂਦੇ ਨੇ। ਜੀ ਮਿਲਦਾ ਮਾਣ ਨਿਮਾਣਿਆਂ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ। ਉਹ ਮਿਲਦਾ ਮਾਣ ਨਿਮਾਣਿਆਂ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ। ਤੇਰਾ ਦਰ ਐਸਾ ਐਸਾ, ਤੇਰਾ ਦਰ ਐਸਾ ਐਸਾ ਹੈ, 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 ਤੇਰਾ ਦਰ ਐਸਾ ਐਸਾ ਹੈ। ਤੇਰਾ ਦਰ ਐਸਾ ਐਸਾ ਹੈ, 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 ਤੇਰਾ ਦਰ ਐਸਾ ਐਸਾ ਹੈ। ਮਿਲਦਾ ਮਾਣ ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ। ਉਹਨਾਂ ਨੂੰ ਮਾਣ ਮਿਲਦਾ ਹੈ। ਉਹਨਾਂ ਨੂੰ ਸਾਧ ਸੰਗਤ ਮਹਾਰਾਜ ਉੱਚੇ ਅਹੁਦੇ ਬਖਸ਼ ਦਿੰਦੇ ਨੇ। ਪਰ ਮਾਣ ਮਿਲਦਾ ਕਿਹਨਾਂ ਨੂੰ ਹੈ? ਜਿਹੜੇ ਨਿਮਾਣੇ ਹੁੰਦੇ ਨੇ, ਉਹਨਾਂ ਨੂੰ ਮਹਾਰਾਜ ਮਾਣ ਬਖਸ਼ਦੇ ਨੇ। ਉਹਨਾਂ ਦੀ ਭਾਵਨਾ ਨੂੰ ਸਤਿਗੁਰੂ ਜੀ ਸੁੱਤੇ ਸਿਰ ਪਾਗ ਲਾਉਂਦੇ ਨੇ। ਬੜੇ ਐਸੇ ਦ੍ਰਿਸ਼ਟਾਂਤ ਵਿਚਾਰਾਂ ਇਤਿਹਾਸ ਵਿੱਚੋਂ ਮਿਲਦੀਆਂ ਨੇ। ਤੇ ਭਾਵਨਾ ਪੂਰੀ ਹੋਈ, ਧਰਤੀ ਦੀ ਪੁਕਾਰ ਸੁਣੀ ਗਈ। ਰਾਏ ਭੋਏ ਦੀ ਤਲਵੰਡੀ, ਸ੍ਰੀ ਨਨਕਾਣਾ ਸਾਹਿਬ ਦੀ ਧਰਤੀ, ਪਾਕਿਸਤਾਨ ਦੇ ਅੰਦਰ, ਜ਼ਿਲ੍ਹਾ ਸ਼ੇਖੂਪੁਰਾ। 15 ਅਪ੍ਰੈਲ 1469 ਈਸਵੀ 1526 ਸੰਮਤ ਨੂੰ ਭਗੀਰਥ ਨੇ ਰਾਜਨੀਤੀ ਲਿਖੀ ਹੈ, ਚਾਣਕ ਨੇ ਰਾਜਨੀਤੀ ਲਿਖੀ ਹੈ।
ते साध संगत जिन्हां ने इन्हां दे ग्रंथां नूं पढ़िया, उन्होंने जिथे ये राजनीतियां की बाबत ऐसे ग्रंथ लिखे, उथे गुरुआं की भी वडियाई की। संमत के अंदर ही गुरु नानक देव पातशाह महाराज जी का प्रकाश दिहाड़ा आउंदा है। श्री 12वां साहिब की बाणी देसी महीनिया के मुताबिक ही है। चेत गोबिंद आराधी है, होवे आनंद खड़ा। ये सन सुन के बाद विच ही कहन लगे ने ते साध संगत कतक दी पूर्णमाशी उस भागा भरिया समा पिता कल्याण दास मेहता गालूड़ी, माता पिता जी की पावन कुख तो साहिब श्री गुरु नानक देव पातशाह महाराज जी का प्रकाश होया। आखो जी सतनाम। जिन्हां दी बाबत बड़े इतिहासकारां दीयां कलमां ने बाबे नानक दी वडियाई नूं लिखिया है। इन्ना जीवन सोहना, इन्नी वडियाई बाबे नानक दी, जिन्हां नूं तारिया बाबे नानक ने, उन्हां दा भी जस नाल गाया जाता है। ते भाई गुरदास जी कहंदे सतगुरु नानक प्रगटिया मिट्टी धुंध जग चानण हो। कहंदे ज्यों कर सूरज निकलिया तारे छपे अंधेर, सच दा सूरज चढ़िया, सच दा चंद्रमा चढ़िया, तारे छिप गए, हनेरा अलोप हो गया, धुंध जिहड़ी सी पापां रूपी उड़ गई, सारे पासे प्रकाश ही प्रकाश। जदों अवतारी पुरुष प्रकाश संसार ते लैंदे ने, उस समय हनेरा नहीं रहिंदा। जिवें पूर्णमाशी का चन्न चढ़दा है ना, ऐसी लो होया करदी। जिस भी कमरे अंदर किसी अवतारी पुरुष का प्रकाश हुंदा है। जन्म ते साडे ने, जन्म असीं तुसीं लैंदे हैं, गुरु पीरां दे प्रकाश दिहाड़े होया करदे ने। आगमन पुरब महाराज का होया, बाणी अंदर शब्द आउंदा, सारी संगत ही पढ़े हो जी। चढ़िया जी अज सच दा चंद्रमा, चढ़िया जी सच दा चंद्रमा, चढ़िया जी अज सच दा चंद्रमा, चढ़िया जी अज सच दा चंद्रमा। गूंजा पा दियो चढ़िया जी अज सच दा चंद्रमा, चढ़िया जी सच दा चंद्रमा, चढ़िया जी अज सच दा चंद्रमा, चढ़िया जी अज सच दा
चंद्रमा ਸੱਚ ਦਾ ਸੂਰਜ ਚੜਿਆ। ਦੌਲਤਾਂ ਦਾਈ ਜਿਹੜੀ ਸੀ ਗੱਜ ਖਾ ਕੇ ਡਿੱਗ ਪਈ। ਉਹਦੇ ਕੋਲੋਂ ਨਾ ਉਹ ਤੇਜ ਪ੍ਰਕਾਸ਼ ਚੱਲਿਆ ਨਹੀਂ। ਥੋੜੇ ਸਮੇਂ ਬਾਅਦ ਹੋਸ਼ ਆਈ, ਭੱਜ ਕੇ ਬਾਹਰ ਆਈ। ਮੈਂ ਤਾਂ ਕਾਲੂ ਜੀ ਤੁਹਾਡੇ ਘਰ ਬਾਲਕ ਜਨਮੇ ਹੈ। ਖੁਸ਼ੀ ਵਿੱਚ ਖੁੱਲੇ ਨਹੀਂ ਸਮਾਉ। ਐਡਾ ਚਾਅ ਚੜਿਆ, ਪੈਰਾਂ ਵਿੱਚ ਜੋੜਾ ਪਾਉਣਾ ਭੁੱਲ ਗਏ। ਭੱਜੇ ਜਾਂਦੇ ਨੇ ਪੰਡਤ ਹਰਦਿਆਲ ਦੇ ਗ੍ਰਹਿ ਵਿੱਚ। ਜਾ ਦਰਵਾਜ਼ਾ ਖੜਕਾਇਆ। ਇਹ ਜਿਹੜੀ ਆਪਾਂ ਸਾਖੀ ਸੁਣ ਰਹੇ ਹਾਂ ਭਾਈ ਬਾਲੇ ਵਾਲੀ ਹੈ। ਤੇ ਭਾਈ ਬਾਲੇ ਪਾਸੋਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਲਿਖਵਾ ਰਹੇ ਨੇ, ਕਹਿੰਦੇ ਭਾਈ ਬਾਲਿਆ ਤੂੰ ਮਹਾਰਾਜ ਦੇ ਨਾਲ ਸਾਰਾ ਜੀਵਨ ਲਾਇਆ, ਸੁਣਾ ਸਾਨੂੰ ਗੁਰੂ ਨਾਨਕ ਦੀਆਂ ਬਾਤਾਂ, ਦੱਸ ਸਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਕਦੋਂ ਹੋਇਆ। ਭਾਈ ਬਾਲਾ ਕਹਿਣ ਲੱਗਿਆ ਮਹਾਰਾਜ ਮੈਨੂੰ ਸਹੀ ਮਾਇਨੇ ਵਿੱਚ ਪਤਾ ਨਹੀਂ ਹੈ। ਕਹਿੰਦੇ ਵੀ ਪਤਾ ਕਿੱਥੋਂ ਲੱਗੂ? ਚਾਚਾ ਲਾਲੂ ਜੀ ਪਾਸੋਂ। ਕਹਿੰਦੇ ਅੱਛਾ। ਫਿਰ ਕਹਿੰਦੇ ਲੈ ਕੇ ਆਓ। ਸਾਧ ਸੰਗਤ ਉਸ ਸਮੇਂ ਫਿਰ ਭਾਈ ਬਾਲਾ ਜੀ ਭਾਈ ਪੈੜੀ ਮੁਖੀ ਨੂੰ ਨਾਲ ਲੈ ਕੇ ਗਏ। ਜਾ ਕੇ ਚਾਚਾ ਲਾਲੂ ਜੀ ਨੂੰ ਮਿਲੇ। 5 ਦਿਨਾਂ ਬਾਅਦ ਕਾਗਜ਼ ਫਰੋਲਦੇ ਰਹੇ। ਉਹਨਾਂ ਵਿੱਚੋਂ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਜਨਮ ਪੱਤਰੀ ਮਿਲੀ, ਜਿਹੜੀ ਪੰਡਤ ਹਰਦਿਆਲ ਜੀ ਨੇ ਸੰਸਕ੍ਰਿਤ ਵਿੱਚ ਲਿਖੀ ਹੋਈ। ਹੁਣ ਸੰਸਕ੍ਰਿਤ ਕੋਈ ਪੜ੍ਹ ਨਹੀਂ ਸੀ ਸਕਦਾ। ਇਹ ਕਹਿਣ ਲੱਗੇ ਪੜ੍ਹੇ ਕੌਣ? ਤੇ ਭਾਈ ਬਾਲਾ ਜੀ ਕਹਿੰਦੇ ਮੈਂ ਜਾਣਦਾ ਆ, ਮੈਂ ਖੈਰਾ ਜੱਟ ਹੈ, ਜ਼ਿਮੀਂਦਾਰ ਹੈ। ਮੈਂ ਖੈਰੇ ਦੇ ਨਾਲ ਭਾਈ ਮੁਖਾ ਜੀ ਪੜ੍ਹਨਗੇ। ਲਿਆਂਦੇ ਗਏ, ਉਹ ਫਿਰ ਪੜ੍ਹ ਕੇ ਸੁਣਾਉਂਦੇ ਨੇ ਸੰਸਕ੍ਰਿਤ ਵਿੱਚ। ਤੇ ਭਾਈ ਬਾਲਾ ਜੀ ਸੁਣਾ ਰਹੇ ਨੇ। ਭਾਈ ਬਾਲਾ ਜੀ ਲਿਖ ਰਹੇ ਨੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸੁਣ ਰਹੇ ਨੇ। ਤੇ ਇਸ ਇਤਿਹਾਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਆਖਿਆ ਜਾਂਦਾ ਹੈ। ਇਤਿਹਾਸ ਵਿੱਚੋਂ ਇਹ ਪੱਤਰਕਾ ਜਦੋਂ ਇਹ ਜਨਮ ਪੱਤਰੀ ਜਦੋਂ ਪੜ੍ਹੀ, ਰਾਜਾ ਅਭੋਜ ਹੋਇਆ। ਸੁਣਿਓ ਧਿਆਨ ਨਾਲ। ਰਾਜਾ ਅਭੋਜ ਪਾਂਡਵਾਂ ਦੇ ਸਮੇਂ ਹੋਇਆ, ਕੌਰਵਾਂ ਪਾਂਡਵਾਂ ਦੇ ਸਮੇਂ। ਜੰਗ ਯੁੱਧ ਹੁੰਦੇ ਰਹੇ। ਰਾਜੇ ਅਭੋਜ ਬੇਦੀ ਦਾ ਰਾਜ ਚਲਿਆ ਗਿਆ, ਖੁੱਸ ਗਿਆ। 20 ਪਿੰਡਾਂ ਦੀ ਜ਼ਮੀਨ ਇਹਦੇ ਕੋਲੇ ਰਹਿ ਗਈ ਸੀ। ਫਿਰ ਰਾਜ ਆਇਆ ਮੁਹੰਮਦ ਗਜ਼ਨਵੀ ਦਾ, ਉਹ ਵੀ 20 ਪਿੰਡ ਜਿਹੜੇ ਸੀ ਖੁੱਸ ਗਏ। ਫਿਰ ਸਾਧ ਸੰਗਤ ਰਾਜੇ ਅਭੋਜ ਬੇਦੀ ਦੀ ਵੰਸ਼ ਵਿੱਚੋਂ ਨਾਰਾਇਣ ਦਾਸ ਬੇਦੀ ਹੋਇਆ। ਉਹਦਾ ਅਗਾਂਹ ਪੁੱਤਰ ਹੋਇਆ ਸ਼ਿਵ ਰਾਮ ਬੇਦੀ।
शिव राम बेदी दे दो पुत्र सन। 1493 ईस्वी ਨੂੰ ਮਹਿਤਾ ਕਾਲੂ ਜੀ ਦਾ ਜਨਮ ਹੋਇਆ ਸੀ ਤੇ 1500 ਈਸਵੀ ਵਿੱਚ ਲਾਲੂ ਚੰਦ ਦਾ ਜਨਮ ਹੋਇਆ ਸੀ ਤੇ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਏ ਤੇ ਪੰਡਤ ਹਰਦਿਆਲ ਜੀ ਕੋਲੇ ਜਦੋਂ ਮਹਿਤਾ ਕਾਲੂ ਜੀ ਗਏ, ਕਹਿੰਦੇ ਪੰਡਤ ਜੀ ਆਵਾਜ਼ ਮਾਰੀ, ਸਾਡੇ ਘਰ ਬਾਲਕ ਜਨਮਿਆ, ਛੇਤੀ ਚਲੋ ਉਹਦਾ ਨਾਮ ਰੱਖੋ ਤੇ ਮੈਂ ਉਸ ਨਾਮ ਦੇ ਨਾਲ ਉਹਨੂੰ ਬੁਲਾਉਣਾ ਹੈ, ਆਵਾਜ਼ ਮਾਰਨੀ ਹੈ। ਪੰਡਤ ਹਰਦਿਆਲ ਜੀ ਕਹਿਣ ਲੱਗੇ ਚਲੋ ਤੁਸੀਂ, ਮਹਿਤਾ ਕਾਲੂ ਜੀ ਪਟਵਾਰੀ ਸੀ ਪਿੰਡ ਦੇ, ਮੈਂ ਪਿੱਛੇ ਪਿੱਛੇ ਆਉਣਾ ਆ ਗਏ। ਮਾਤਾ ਤ੍ਰਿਪਤਾ ਜੀ ਦੇ ਸਾਧ ਸੰਗਤ ਕੋਲੇ ਗਏ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਤੱਕਿਆ, ਬੜਾ ਨੂਰੀ ਚਿਹਰਾ ਹੈ। ਕਹਿੰਦੇ ਜਦੋਂ ਇਹ ਬਾਲਕ ਜਨਮਿਆ ਇਹਦੇ ਕੋਲ ਕੌਣ ਸੀ? ਆਖਿਆ ਜੀ ਦੌਲਤਾਂ ਦਾਈ। ਕਹਿੰਦੇ ਬੁਲਾਓ। ਦੌਲਤਾਂ ਦਾਈ ਨੂੰ ਪੁੱਛਦੇ ਨੇ ਪੰਡਤ ਹਰਦਿਆਲ ਜੀ, ਕਹਿੰਦੇ ਜਦੋਂ ਬਾਲਕ ਜਨਮਿਆ ਕੋਈ ਚੱਕਰ ਚਿੰਨ ਹੈ ਹੋਏ ਉਸ ਸਮੇਂ? ਦੱਸਿਆ ਹਾਂ, ਇੱਕਦਮ ਪ੍ਰਕਾਸ਼ ਹੋਇਆ, ਮੈਂ ਸੁਰਤ ਬੇਸੁਰਤ ਹੋ ਗਈ, ਸੁਰਤ ਆਈ, ਕੀ ਵੇਖਿਆ? ਬਾਲਕ ਹੱਸ ਰਿਹਾ ਸੀ, ਬਸ ਇਤਨਾ ਹੀ ਮੈਂ ਜਾਣਦੀ। ਉਹ ਪੰਡਤ ਹਰਦਿਆਲ ਚੱਕਰਾਂ ਵਿੱਚ ਪੈ ਗਏ ਵੀ ਮੈਂ ਇੰਨੀ ਛੇਤੀ ਨਹੀਂ ਇਹਨਾਂ ਦਾ ਨਾਂ ਰੱਖ ਸਕਦਾ। ਮਨ ਹੀ ਮਨ ਕਹਿਣ ਲੱਗੇ ਕੋਈ ਅਵਤਾਰੀ ਪੁਰਸ਼ ਹੈ। ਪ੍ਰਕਾਸ਼ ਅਵਤਾਰੀ ਪੁਰਸ਼ਾਂ ਦੇ ਸਮੇਂ ਹੁੰਦਾ। ਸਾਧ ਸੰਗਤ ਕਹਿਣ ਲੱਗੇ ਮਹਿਤਾ ਕਾਲੂ ਜੀ ਮੈਂ ਸੋਚ ਕੇ ਵਿਚਾਰ ਕੇ ਨਾਮ ਰੱਖਾਂਗਾ। ਇਤਿਹਾਸ ਦੱਸਦਾ 13 ਦਿਨਾਂ ਬਾਅਦ ਮਹਿਤਾ ਕਾਲੂ ਜੀ ਨੂੰ ਆ ਕੇ ਪੰਡਤ ਹਰਦਿਆਲ ਜੀ ਨੇ ਕਹਿਣਾ ਕੀਤਾ, ਇਹਨਾਂ ਦਾ ਨਾਮ ਨਾਨਕ ਨਿਰੰਕਾਰੀ ਹੈ। ਮਹਿਤਾ ਕਾਲੂ ਜੀ ਕਹਿਣ ਲੱਗੇ ਇਹ ਕਿਹੋ ਜਿਹਾ ਸਾਂਝਾ ਜਿਹਾ ਨਾਂ ਹੈ, ਮੁਸਲਮਾਨਾਂ ਵਾਲਾ ਤੇ ਹਿੰਦੂਆਂ ਵਾਲਾ ਨਾਮ ਹਿੰਦੂਆਂ ਵਾਲਾ ਹੀ ਰੱਖੋ ਨਾ। ਤੇ ਪੰਡਤ ਹਰਦਿਆਲ ਜੀ ਕਹਿਣ ਲੱਗੇ ਇਹਨੂੰ ਦੋਨੇ ਹੀ ਪੂਜਣਗੇ, ਹਿੰਦੂ ਵੀ ਤੇ ਮੁਸਲਮਾਨ ਵੀ, ਇਹ ਸਾਰਿਆਂ ਦਾ ਸਾਂਝਾ ਗੁਰੂ ਹੋਵੇਗਾ। ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ 5 ਸਾਲ ਦੇ ਹੋਏ, ਗੋਪਾਲ ਪਾਂਧੇ ਕੋਲੇ ਪੜ੍ਹਨੇ ਪਾਇਆ। ਫੱਟੀ ਤੇ ਏਕ ਓੰਕਾਰ ਲਿਖ ਕੇ ਗੋਪਾਲ ਪਾਂਧੇ ਨੂੰ ਪੜ੍ਹਾ ਦਿੱਤਾ। ਪੰਡਤ ਹਰਦਿਆਲ ਜੀ ਜਨੇਊ ਪਾਉਣ ਦੀ ਰਸਮ ਅਦਾ ਕਰਦੇ ਨੇ ਤੇ ਮਹਾਰਾਜ ਬਾਣੀ ਉਚਾਰਦੇ। ਚੌਂਕੀ ਤੇ ਬਿਠਾਇਆ, ਇੱਕ ਬੱਕਰਾ ਲੈ ਆਏ, ਕੋਈ ਬੱਕਰਾ ਦੇ ਖਾਇਆ, ਸਭ ਕੋ ਆਖੇ ਪਾਏ। ਤੇ ਮਹਾਰਾਜ ਜੀ ਨੇ ਆਖਿਆ ਪੰਡਤ ਜੀ ਇਹ ਕੀ ਕਰਨ ਲੱਗੇ ਹੋ? ਕਹਿੰਦੇ ਜੀ ਜਨੇਊ ਪਾਉਣਾ। ਕਹਿੰਦੇ ਇੱਕ ਗੱਲ ਮੈਨੂੰ ਦੱਸ ਦਿਓ, ਮੈਂ ਪਾ ਲਵਾਂਗਾ। ਇਹ ਜਿਹੜਾ ਜਨੇਊ ਤੁਸੀਂ ਮੈਨੂੰ ਪਾਉਣਾ ਹੈ ਵੀ ਕੀ ਇਹ ਮਰ ਕੇ ਵੀ ਨਾਲ ਜਾਂਦਾ ਹੈ? ਕੀ ਇਹ ਸੜੇਗਾ ਨਹੀਂ? ਇਹ ਮੈਲਾ ਨਹੀਂ ਹੋਵੇਗਾ? ਇਹ ਟੁੱਟੇਗਾ ਨਹੀਂ? ਪੰਡਤ ਹਰਦਿਆਲ ਬੜਾ ਗੁਣੀ ਗਿਆਨੀ ਸੀ, ਸੋਚਾਂ ਵਿੱਚ ਪੈ ਗਿਆ। ਦੱਸੋ, ਵਿਦਵਤਾ ਰੱਖਦਾ ਸੀ, ਸ਼ਬਦ ਸੁਰਤ ਦਾ ਪਾਂਧੀ ਸੀ, ਕਮਾਈ ਦਾ ਮਾਲਕ ਸੀ, ਜਿਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਰੱਖਿਆ। ਬੜਾ ਸੋਚ ਵਿਚਾਰ ਕੇ ਕਈ ਇਤਿਹਾਸਕਾਰ ਲਿਖਦੇ ਨੇ, ਉਹਨੂੰ ਆਕਾਸ਼ਬਾਣੀ ਵੀ ਹੋਈ ਸੀ ਵੀ ਇਹ ਨਾਨਕ ਨਿਰੰਕਾਰੀ, ਇਹੀ ਨਾਂ ਇਹਨਾਂ ਦਾ ਰੱਖਣਾ। ਸੋਚਾਂ ਵਿੱਚ ਪੈ ਗਿਆ। ਸਹਿਬ ਨੇ ਸ਼ਬਦ ਉਚਾਰਨ ਕੀਤਾ, ਦਇਆ ਕਪਾ ਸੰਤੋਖ ਸੂਤ ਜਤ ਗੰਡੀ ਸਤ ਵਾਟੇ ਜਨੇਊ ਜੀ ਕਾ ਹੈ ਤਾਂ ਭਾਂਡੇ ਕੱਤ ਨਾ ਟੁੱਟੇ ਨਾ ਮਨ ਲੱਗੇ ਨਾ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਕੜ ਮੂਲਣ ਆਇਆ ਬੈ ਚੌਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਓ ਮੁਗਾਉ ਝੜ ਪਿਆ ਵੇ ਤੱਗਾ ਗਿਆ, ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ ਤੱਕ ਬਾਹੋ ਕੱਤੀਏ ਬਾਹਮਣ ਵੱਡੇ ਆਏ। ਕੋਈ ਬੱਕਰਾ ਨੇ ਖਾਇਆ, ਸਭ ਕੋ ਅੱਖੇ ਪਾਏ। ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤੂੰ ਸੱਦਿਆ ਹੋਇਆ ਹੈ,
ਬੱਕਰਾ ਵੱਢ ਕੇ ਖਵਾ ਦੇਣਾ ਹੈ ਤੇ ਸਾਰਿਆਂ ਨੂੰ ਕਹਿ ਦੇਣਾ ਹੈ ਵੀ ਜਨੇਊ ਪਾ ਦਿੱਤਾ ਹੈ। ਮੈਨੂੰ ਉਹ ਜਨੇਊ ਪਾਓ ਜਿਹਨੂੰ ਮੈਲ ਨਹੀਂ ਲੱਗਦੀ, ਜਿਹੜਾ ਟੁੱਟਦਾ ਨਹੀਂ, ਜਿਹਦੇ ਵਿੱਚ ਪ੍ਰੇਮ ਹੋਵੇ, ਜਿਹਦੇ ਵਿੱਚ ਦਇਆ ਹੋਵੇ। ਪੰਡਤ ਹਰਦਿਆਲ ਜੀ ਨੇ ਹੱਥ ਜੋੜ ਦਿੱਤੇ। ਇਸ ਕੁਰੀਤੀ ਦਾ ਖੰਡਨ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ। ਤੇ ਸੱਚ ਦਾ ਵਪਾਰ ਕੀਤਾ ਜੀ। ਤੁਸੀਂ ਬੜੀ ਵਾਰੀ ਸੁਣਿਆ 20 ਰੁਪਿਆਂ ਦਾ ਮਹਾਰਾਜ ਨੇ ਸੱਚਾ ਸੌਦਾ। 7 ਦਿਨਾਂ ਦੇ ਭੁੱਖੇ ਸਾਧੂ ਸੀ, ਇਤਿਹਾਸ ਵਿੱਚ ਮਿਲਦਾ, ਖੋਜ ਕਰੀਏ। ਕਈਆਂ ਸੁਣੀਆਂ ਗੱਲਾਂ ਨਹੀਂ ਮੈਂ ਕਰਦਾ, ਮੈਂ ਪੜ੍ਹ ਕੇ ਗੱਲ ਕਰਦਾ ਜਿਹੜੀ ਮੇਰੇ ਕੋਲੇ ਇਸ ਸਮੇਂ ਸਾਖੀ ਗਵਾਹ ਹੈ, ਆਲ ਵਰਲਡ ਵਿੱਚ ਲਾਈਵ ਚੱਲ ਰਹੀ ਹੈ। ਸਾਧ ਸੰਗਤ 7 ਦਿਨਾਂ ਦੇ ਬਾਅਦ ਭੁੱਖੇ ਸਾਧੂ ਜਿਹੜੇ ਬੈਠੇ ਹੋਏ ਨੇ, ਕੋਈ ਪ੍ਰਸ਼ਾਦਾ ਭੋਜਨ ਨਹੀਂ ਛਕਿਆ, ਤੇ ਮਹਾਰਾਜ ਕਹਿੰਦੇ ਭਾਈ ਵਾਲਿਆ, ਇਸ ਤੋਂ ਖਰਾ ਕੋਈ ਹੋਰ ਸੌਦਾ ਨਹੀਂ ਹੋ ਸਕਦਾ, ਇਹਨਾਂ ਦੀ ਸੇਵਾ ਕਰ ਲਈਏ। ਲਿਆ ਕੇ ਰਸਦਾਂ ਵਸਦਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਘਰ ਵਾਪਸ ਆਏ। ਮਹਿਤਾ ਕਾਲੂ ਜੀ ਪੁੱਛਦੇ ਨੇ, ਬਾਲਾ ਜੀ ਕੀ ਵਪਾਰ ਕਰਕੇ ਆਇਓ, ਕਿੰਨਾ ਨਫਾ ਹੋਇਆ? ਆਖਿਆ ਬਾਬੇ ਨਾਨਕ ਨੇ ਤੇ ਉਹ 20 ਰੁਪਿਆਂ ਦਾ ਲੰਗਰ ਲਾ ਦਿੱਤਾ। ਗੁੱਸੇ ਵਿੱਚ ਭਰਿਆ ਨੇ ਸੱਜੇ ਖੱਬੇ ਚਪੇੜਾਂ ਕੱਢ ਮਾਰੀਆਂ। ਤੇ ਭੈਣ ਨਾਨਕੀ ਨੂੰ ਪਤਾ ਲੱਗਿਆ, ਹੱਥ ਫੜ ਲਿਆ ਆਪਣੇ ਬਾਬਲ ਦਾ। ਸਭ ਤੋਂ ਪਹਿਲਾਂ ਪਛਾਣਿਆ ਬੇਬੇ ਨਾਨਕੀ ਨੇ ਸੀ। ਇੱਕ ਗੱਲ ਆਖਣਾ ਕੀਤੀ, ਪਿਤਾ ਜੀ ਨਾ ਮਾਰੋ, ਨਾ ਮਾਰ ਬਾਬਲਾ ਵੇ, ਵੀਰ ਮੇਰਾ ਅੱਲਾ ਦਾ ਮੈਨੂੰ, ਮਾਰ ਬਾਬਲਾ ਵੇ, ਵੀਰ ਮੇਰਾ ਅੱਲਾ ਦਾ ਮੈਨੂੰ। ਮਹਾਰਾਜ ਨੇ ਚਪੇੜਾਂ ਕੱਢ ਮਾਰੀਆਂ, ਗੁੱਸੇ ਵਿੱਚ ਭਰੇ। ਲੈ ਕੇ ਘੁੱਟ ਕੇ ਬੇਬੇ ਨਾਨਕੀ ਆਪਣੇ ਗਲ ਨਾਲ ਲਾਉਂਦੇ ਨੇ ਆਪਣੇ ਵੀਰ ਨੂੰ। ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਫਿਰ ਬੇਬੇ ਨਾਨਕੀ ਜਿਹੜੇ ਸੁਲਤਾਨਪੁਰ ਵਿਆਹੇ ਹੋਏ ਸੀ ਭਾਈਆ ਜੈ ਰਾਮ ਦੇ ਨਾਲ। ਆਖਿਆ ਮਹਿਤਾ ਕਾਲੂ ਨੇ, ਐ ਨਾਨਕੀ ਇਹਨੂੰ ਆਪਣੇ ਕੋਲੇ ਲੈ ਜਾ, ਇੱਥੇ ਤੇ ਨੁਕਸਾਨ ਕਰਦਾ ਹੈ, ਮਾਇਆ ਨਹੀਂ ਜੋੜਦਾ, ਘਾਟਾ ਹੀ ਘਾਟਾ ਪੈ ਰਿਹਾ ਹੈ। ਕਦੇ ਕਿਸੇ ਦੀਆਂ ਫਸਲਾਂ ਉਜਾੜ ਦਿੰਦਾ, ਮੱਝੀਆਂ ਵੀ ਨਹੀਂ ਇਹਨੂੰ ਚਰਾਉਣੀਆਂ ਆਉਂਦੀਆਂ। ਰਾਏ ਬਲਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਸੇਵਕ ਬਣਿਆ। ਰਾਏ ਭੋਏ ਦੀ ਤਲਵੰਡੀ ਰਾਏ ਬਲਾਰ ਦੇ ਪਿਤਾ ਦੇ ਨਾਂ ਤੇ ਸੀ, ਪਰ ਜਦੋਂ ਉਹਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੂੰ ਪਛਾਣਿਆ, ਸਰਬ ਨੇ ਛਾਇਆ ਕੀਤੀ ਹੋਈ, ਉਜੜੇ ਹੋਏ ਖੇਤ ਹਰੇ ਭਰੇ ਵੇਖੇ ਰਾਏ ਬਲਾਰ ਨੇ,
ਤੇ ਉਹਨੇ ਸਾਧ ਸੰਗਤ ਰਾਏ ਭੋਏ ਦੀ ਤਲਵੰਡੀ ਨੂੰ ਆਪਣੇ ਪਿਤਾ ਦੇ ਨਾਂ ਨੂੰ ਬਦਲ ਕੇ ਨਾਨਕਿਆਣਾ ਰੱਖ ਦਿੱਤਾ ਸੀ, ਵੀ ਨਾਨਕ ਦਾ ਆਉਣਾ ਸੰਸਾਰ ਤੇ। ਆਖਿਆ ਨਨਕਾਣਾ ਸਾਹਿਬ ਆਪਾਂ ਕਹਿੰਦੇ ਹਾਂ, ਇੱਥੇ ਨਾਨਕ ਆਇਆ। ਮੇਰੇ ਪਿਤਾ ਨੂੰ ਕੋਈ ਜਾਣੇ ਨਾ ਜਾਣੇ, ਬਾਬੇ ਨਾਨਕ ਨੂੰ ਤੇ ਕੁੱਲ ਦੁਨੀਆ ਜਾਣਦੀ। ਰਹੋ ਵਿਚਾਰ, ਸੁਲਤਾਨਪੁਰ ਦੀ ਧਰਤੀ ਤੇ ਬਾਬੇ ਨਾਨਕ ਨੇ ਹੱਟ ਚਲਾਏ ਜੀ ਨਵਾਬ ਦੌਲਤ ਖਾਨ। 3 ਵਾਰੀ ਲੇਖਾ ਹੋਇਆ, ਇੱਕ ਵਾਰੀ 135 ਰੁਪਏ ਵੱਧ ਨਿਕਲੇ ਮਹਾਰਾਜ, ਦੂਜੀ ਵਾਰੀ 121 ਰੁਪਏ ਵੱਧ ਨਿਕਲੇ, ਤੀਜੀ ਵਾਰੀ 321 ਰੁਪਏ ਵੱਧ ਨਿਕਲੇ। ਫਿਰ ਮਹਾਰਾਜ ਨੇ ਆਖਿਆ ਹੁਣ ਮੈਂ ਨੌਕਰੀ ਨਹੀਂ ਕਰਨੀ। 13 ਕਹਿ ਕੇ ਤੋਲਿਆ ਬਾਬੇ ਨਾਨਕ ਨੇ, ਤੇਰਾ ਹੀ ਹੈ, ਤੇਰਾ ਹੀ ਹੈ। ਸਾਧ ਸੰਗਤ ਗੁਰੂ ਨਾਨਕ ਯਾਰ ਗਰੀਬਾਂ ਦਾ ਕੋਈ ਵੇਖ ਲੋ ਅਜਮਾ ਕੇ। ਫਿਰ ਇੱਥੇ ਹੀ ਭਾਈਆ ਜੈ ਰਾਮ ਨੇ ਪੱਖੋ ਕੇ ਰੰਧਾਵੇ ਦੇ ਰਹਿਣ ਵਾਲੇ ਮੂਲ ਚੰਦ, ਜਿਨ੍ਹਾਂ ਦੀ ਧੀ ਬੀਬੀ ਸੁਲੱਖਣੀ ਦੇ ਨਾਲ ਬਾਬੇ ਨਾਨਕ ਦਾ 23 ਹਾੜ 1545 ਈਸਵੀ ਨੂੰ ਆਨੰਦ ਕਾਰਜ ਹੋਇਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਦੋ ਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਹੋਏ। 4 ਉਦਾਸੀਆਂ ਬਾਬੇ ਨਾਨਕ ਨੇ ਕੀਤੀਆਂ ਸੰਸਾਰ ਦੇ ਭਲੇ ਵਾਸਤੇ, ਕਿਹਨੂੰ ਨਹੀਂ ਤਾਰਿਆ। ਬਾਬੇ ਨੇ ਤਾਰੇ ਜੀ 4 ਚੱਕ, 9 ਖੰਡ ਪ੍ਰਿਥਵੀ, ਸੱਚਾ ਢੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਤਾਰਿਆ ਜੀ। ਆਪਾਂ ਵੀ ਬੇਨਤੀ ਕਰੀਏ, ਫਿਰ ਇਤਿਹਾਸ ਨੂੰ ਸੁਣ ਕੇ ਚੰਦ ਮਿੰਟਾਂ ਵਿੱਚ ਸਮਾਪਤੀ ਹੋ ਜਾਣੀ। ਰਾਤਰੀ ਦੇ ਵੀ ਦੀਵਾਨ ਨੇ, ਐਸੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੁਸੀਂ ਤਾਰਨ ਵਾਲੇ ਹੋ, ਸਾਡੇ ਤੇ ਮਿਹਰ ਕਰੋ, ਸਾਨੂੰ ਵੀ ਤਾਰੋ ਜੀ। ਅੱਜ ਵੀ ਮਹਾਰਾਜ ਬਾਬੇ ਨਾਨਕ ਦੀ ਬਾਣੀ ਤਾਰ ਰਹੀ ਹੈ। ਜਿਹੜੇ ਮੰਨਦੇ ਨੇ ਉਹ ਤਰ ਜਾਂਦੇ ਨੇ ਨਾ। ਬਾਬੇ ਨਾਨਕ ਸਾਹਿਬ ਮਹਾਰਾਜ ਬਾਣੀ ਨੂੰ ਜਿਨ੍ਹਾਂ ਨੇ ਪੜ੍ਹਿਆ, 100 ਸਾਖੀ ਵਿੱਚ ਲਿਖਿਆ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ। ਕਹਿੰਦੇ ਜਿਹੜਾ ਸਿੱਖ ਬਾਬੇ ਨਾਨਕ ਦੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰਦਾ, ਉਹ ਸਿੱਖ ਨਹੀਂ ਹੋ ਸਕਦਾ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਬਾਬੇ ਨਾਨਕ ਦੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਹੈ। ਕਰੀਏ ਬੇਨਤੀ ਮਾਰ ਦੇ ਚਰਨਾਂ ਵਿੱਚ। ਤਾਰੋ ਬਾਬਾ, ਤਾਰੋ ਬਾਬਾ, ਤਾਰੋ ਬਾਬਾ ਜੀ, ਸਾਨੂੰ ਪਾਪੀਆਂ ਨੂੰ ਤਾਰੋ। ਤਾਰੋ ਬਾਬਾ, ਤਾਰੋ ਬਾਬਾ, ਤਾਰੋ ਬਾਬਾ ਜੀ, ਸਾਨੂੰ ਪਾਪੀਆਂ ਨੂੰ ਤਾਰੋ। ਤਾਰੋ ਬਾਬਾ, ਤਾਰੋ ਬਾਬਾ, ਤਾਰੋ ਬਾਬਾ ਜੀ, ਸਾਨੂੰ ਪਾਪੀਆਂ ਨੂੰ ਤਾਰੋ। ਤਾਰੋ ਬਾਬਾ, ਤਾਰੋ ਬਾਬਾ, ਤਾਰੋ ਬਾਬਾ ਜੀ, ਸਾਨੂੰ ਪਾਪੀਆਂ ਨੂੰ ਤਾਰੋ।
ਤਾਰਿਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ। ਸੁਣਿਓ ਜੀ, ਕਿਹਨੂੰ ਕਿਹਨੂੰ ਤਾਰਿਆ। ਢਾਕੇ ਦੇ ਵਿੱਚ ਗਏ ਮਹਾਰਾਜ। ਇੱਥੇ ਰਾਜ ਉਸ ਸਮੇਂ ਦੇ ਰਾਜੇ ਦਾ, ਜਿਹਦਾ ਨਾਮ ਧਰਾਜ ਕਰਕੇ ਜਾਣਿਆ ਜਾਂਦਾ। ਧਰਾਜ ਨਾਮੀ ਰਾਜਾ ਇੱਥੇ। ਸਾਧ ਸੰਗਤ, ਇੱਥੇ ਇੱਕ ਭੂਮੀਆ ਚੋਰ ਨਾਮੀ ਮਨੁੱਖ ਰਹਿੰਦਾ ਹੈ। ਹਰ ਕੋਈ ਭੂਮੀਏ ਕੋਲੋਂ ਡਰਦਾ ਹੈ। ਕੰਮ ਕੀ ਹੈ? ਚੋਰੀਆਂ ਕਰਨੀਆਂ, ਡਾਕੇ ਮਾਰਨੇ, ਮਾਰ ਧਾੜ ਕਰਨੀ। ਤੇ ਸਾਧ ਸੰਗਤ, ਇਹਨੇ ਪਿੰਡ ਵਾਲਿਆਂ ਨੂੰ ਇੰਨਾ ਡਰਾਇਆ ਹੋਇਆ ਸੀ, ਇੰਨਾ ਡਰਾਇਆ ਹੋਇਆ ਸੀ। ਕਹਿਣ ਲੱਗਿਆ, ਕੋਈ ਵੀ ਬਾਹਰੋਂ ਸੰਤ ਸਾਧੂ ਫਕੀਰ ਆਵੇ, ਕਿਸੇ ਨੇ ਵੀ ਉਹਨੂੰ ਆਪਣੇ ਘਰ ਵਿੱਚ ਲੰਗਰ ਨਹੀਂ ਛਕਾਉਣਾ। ਉਹ ਲੰਗਰ ਮੇਰੇ ਘਰ ਵਿੱਚ ਛਕੇਗਾ। ਕੋਈ ਰਾਹਗੀਰ ਵੀ ਹੋਵੇ, ਲੰਗਰ ਤੇ ਛਕਾਉਂਦਾ ਸੀ, ਪਰ ਉਹਨਾਂ ਨੂੰ ਆਪਣੇ ਘਰ ਰੱਖ ਕੇ ਲੁੱਟ ਵੀ ਲੈਂਦਾ ਸੀ। ਨਾਲ ਲੁੱਟਾ ਖੋਹਾਂ ਵੀ ਕਰਦਾ ਸੀ। ਰਾਹੀਆਂ ਉੱਤੇ ਲੁੱਟਦਾ ਸੀ, ਘਰ ਆਇਆਂ ਨੂੰ ਵੀ ਲੁੱਟਦਾ ਸੀ। ਜਦੋਂ ਢਾਕੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗਏ ਨਾ, ਇੱਕ ਸਿੱਖ ਦੇ ਘਰ ਗਏ। ਉਹਨੇ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਵੀ ਮੈਂ ਇੰਨੇ ਜੋਗਾ ਨਹੀਂ ਵੀ ਤੁਹਾਨੂੰ ਲੰਗਰ ਛਕਾ ਦੇਵਾਂ, ਪ੍ਰਸ਼ਾਦਾ ਮੈਂ ਤੁਹਾਨੂੰ ਛਕਾ ਨਹੀਂ ਸਕਦਾ। ਮਹਾਰਾਜ ਕਹਿੰਦੇ, ਕਿਉਂ? ਕਹਿਣ ਲੱਗਾ, ਜੀ ਇੱਥੇ ਦਾ ਜਿਹੜਾ ਜ਼ਿਮੀਦਾਰ ਭੂਮੀਆ ਚੋਰ ਹੈ ਨਾ, ਉਹਦਾ ਹੁਕਮ ਸਾਨੂੰ ਮੰਨਣਾ ਪੈਂਦਾ ਹੈ। ਉਹਦੇ ਘਰ ਹੀ ਰਸੋਈ ਹੈ, ਉੱਥੇ ਹੀ ਲੰਗਰ ਬਣਦਾ, ਉੱਥੇ ਤੁਸੀਂ ਜਾਓ। ਮਾਰੇ ਕਹਿੰਦੇ, ਗੱਲ ਕੀ ਹੈ? ਕਹਿੰਦੇ, ਜੀ ਬਸ ਉਹਦਾ ਹੁਕਮ ਤੁਸੀਂ ਮਾਰੇ। ਕਹਿੰਦੇ, ਕਿਉਂ ਮੰਨ ਰਹੇ ਹੋ? ਕਹਿੰਦੇ, ਜੀ ਮੰਨਣਾ ਪੈਣਾ, ਜੇ ਨਾ ਮੰਨਿਆਂਗੇ ਸਾਨੂੰ ਮਾਰ ਦੇਵੇਗਾ। ਮਾਰੇ ਕਹਿੰਦੇ, ਕਰਦਾ ਕੀ ਹੈ? ਕਹਿੰਦੇ, ਜੀ ਡਾਕੇ ਮਾਰਦਾ, ਚੋਰੀਆਂ ਕਰਦਾ, ਮਾਰ ਧਾੜ ਕਰਦਾ। ਮਾਰਨ ਲੱਗਿਆ 1 ਮਿੰਟ ਵੀ ਨਹੀਂ ਲਾਉਂਦਾ। ਮਾਰੇ ਕਹਿੰਦੇ, ਫਿਰ ਜਾਓ, ਜਾ ਕੇ ਨੂੰ ਦੱਸ ਦਿਓ। ਦੱਸਿਆ, ਕਹਿੰਦੇ ਇੱਕ ਫਕੀਰ ਆਇਆ। ਸਾਧ ਸੰਗਤ, ਇਹ ਨਾ ਕਹਿੰਦੇ ਉਹਨੂੰ ਬੁਲਾਓ। ਕਹਿੰਦੇ, ਆਉਂਦਾ ਨਹੀਂ। ਉਹ ਕਹਿੰਦਾ, ਆਪ ਆਵੇ, ਜਿਹਨੇ ਮੈਨੂੰ ਲੰਗਰ ਛਕਾਉਣਾ, ਪ੍ਰਸ਼ਾਦਾ ਛਕਾਉਣਾ, ਮੈਨੂੰ ਆਪ ਲੈਣ ਆਵੇ। ਕਹਿੰਦੇ, ਇਹ ਗੱਲ ਹੈ, ਐਸਾ ਕਿਹੜਾ ਫਕੀਰ ਆ ਗਿਆ? ਭੁੱਖੇ ਨੂੰ ਤੇ ਪ੍ਰਸ਼ਾਦਾ ਚਾਹੀਦਾ ਹੁੰਦਾ। ਨੇਕਾਂ ਸਾਧੂ ਆਉਂਦੇ ਨੇ ਮੇਰੇ ਘਰ, ਫਕੀਰ ਆਉਂਦੇ ਨੇ, ਆਪ ਚੱਲ ਕੇ ਆਉਂਦੇ ਨੇ, ਮੈਂ ਕਦੇ ਉਹਨਾਂ ਨੂੰ ਲੈਣ ਨਹੀਂ ਗਿਆ। ਕਹਿੰਦੇ, ਨਹੀਂ, ਇਹ ਤੇ ਅਨੋਖਾ ਜਿਹਾ ਹੀ ਫਕੀਰ ਹੈ, ਵੱਖਰਾ ਜਿਹਾ ਹੀ ਫਕੀਰ ਹੈ। ਗੁਰੂ ਕੀ ਸੰਗਤ ਉਸ ਸਮੇਂ ਫਿਰਨਾ। ਸਿੱਖ ਦੇ ਘਰ ਮਹਾਰਾਜ ਬੈਠੇ ਨੇ, ਭੂਮੀਆ ਚੋਰ ਆਇਆ। ਜਿਵੇਂ ਆਪਾਂ ਦਹਲੀਜ਼ ਦੇ ਅੰਦਰ ਵੜਦੇ ਆ, ਸਾਡੀ ਸਭ ਤੋਂ ਪਹਿਲਾਂ ਨਿਗਾਹ ਮਹਾਰਾਜ ਤੇ ਪੈਂਦੀ। ਦਰਵਾਜ਼ੇ ਕੋਲ ਦਾਖਲ ਹੁੰਦੇ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਦੇ ਆ। ਫਿਰ ਅਸੀਂ ਵੇਖਦੇ ਆ ਰੁਮਾਲਾ ਕਿਹੜਾ ਲੱਗਿਆ, ਤੇ ਸਾਡਾ ਧਿਆਨ ਜਾਂਦਾ ਬਾਣੀ ਕਿਹੜੀ ਪੜੀ ਜਾ ਰਹੀ ਹੈ। ਫਿਰ ਅਸੀਂ ਸੰਗਤ ਵੱਲ ਬਾਅਦ ਵਿੱਚ ਵੇਖਦੇ ਆ। ਇਹ ਜਦੋਂ ਭੂਮੀਆ ਚੋਰ ਆਇਆ ਨਾ, ਇਹਦੀ ਨਿਗਾਹ ਗੁਰੂ ਨਾਨਕ ਸਾਹਿਬ ਤੇ ਜਦੋਂ ਪਈ ਨਾ, ਕੀ ਵੇਖਦਾ ਏ? ਪਲੰਗ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬੈਠੇ ਨੇ। ਬਸ ਵੇਖਦਾ ਹੀ ਰਹਿ ਗਿਆ, ਉੱਥੇ ਹੀ ਰੁਕ ਗਿਆ। ਐਸਾ ਫਕੀਰ ਨਹੀਂ ਸੀ ਇਹਨੇ ਵੇਖਿਆ। ਸਿੱਖ ਕਹਿੰਦਾ, ਗਾਂ ਦਿਓ ਭਾਈ ਬੱਲਾ ਮਰਦਾਨਾ ਨਾਲ
एक चौर कर रहा है, एक रबाब बजा रहा है। ये वेखदा है ऐसा फकीर, ऐसा नूरानी चेहरा, वेखदा ही रह गया। इतिहासकारां दी कलम लिखदी है, भूमिया चौर दे अंदरों आवाज आई। सिख कहंदा की गल बई, अगां ते वध वेखते सी कोले जाके उन्हां दे वचन सुनते सी। भूमिया चौर कहन लग्या, बैठा पीर पलंग ते जेड़ा, जी बैठा पीर पलंग ते जेड़ा, उस वाल तकिया जावे पीर पलंग ते जेड़ा, उस वाल तकिया जावे पलंग ते जेड़ा, उस वाल तकिया जावे बैठा पीर पलंग ते जेड़ा, उस वाल तकिया जावे पलंग से तेरा तकिया पीर पलंग से तेरा बैठा पीर पलंग से तेरा, इस वाल तकिया जावे ना, बैठा पीर पलंग से तेरा, इस वाल तकिया जावे ना, बैठा पीर पलंग से महाराज ने आवाज मारी, कहंदे गां आ जा। जदों आया गुरु नानक देव पातशाह महाराज नूं हथ जोड़ के कहंदा जी घर चलो ते लंगर छको। मारे कहंदे एक गल दस, घर तेरे जावांगे लंगर छक लवांगे, भी तू धर्म दी गिरत करना? कहंदा नहीं, झूठ नहीं बोले।
ਉਹਨੇ ਤੱਕ ਲਿਆ ਸੀ ਵੀ ਇਹ ਕੋਈ ਰੱਬੀ ਨੂਰ ਹੈ, ਝੂਠ ਜ਼ੁਬਾਨ ਤੇ ਨਹੀਂ ਆਇਆ। ਕਹਿੰਦਾ ਜੀ ਮੈਂ ਨਾ ਤੇ ਮੇਰਾ ਭੂਮੀਆ ਹੈ ਤੇ ਮੈਂ ਹੈ ਵੀ ਜ਼ਿਮੀਂਦਾਰ, ਤਾਂ ਮੈਂ ਚੋਰੀਆਂ ਕਰਦਾ, ਲੁੱਟਣਾ ਹੈ। ਕੋਈ ਨਹੀਂ ਛੱਡਿਆ, ਸਾਰਾ ਪਿੰਡ ਥਰ ਥਰ ਕੰਬਦਾ ਮੇਰੇ ਨਾਂ ਤੋਂ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਕਰਤਾਰ ਤੋਂ ਫਿਰ ਡਰਦਾ ਨਹੀਂ, ਤੂੰ ਰੱਬ ਤੋਂ ਨਹੀਂ ਡਰਦਾ, ਪਿੰਡ ਨੂੰ ਡਰਾਇਆ, ਤੈਨੂੰ ਡਰ ਨਹੀਂ ਲੱਗਦਾ। ਜਦੋਂ ਇੰਨੀ ਗੱਲ ਸੁਣੀ ਹੱਥ ਜੋੜ, ਕਰਾਂ ਕੀ ਮਹਾਰਾਜ, ਮੇਰੀ ਮਜਬੂਰੀ ਹੈ, ਮੇਰਾ ਇਹ ਢੰਗ ਬਣ ਗਿਆ ਲੋਕਾਂ ਨੂੰ ਲੁੱਟਣ ਦਾ, ਮੈਂ ਇਹ ਤਰੀਕਾ ਛੱਡ ਨਹੀਂ ਸਕਦਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ ਕੁਝ ਕੁ ਜ਼ਮੀਨ ਮੇਰੀ ਸੱਚੇ ਪਾਤਸ਼ਾਹ ਆਪ ਮੈਂ ਖੇਤੀ ਕਰਦਾ, ਆਪ ਬੋਈ ਹੋਈ ਹੈ, ਤੁਸੀਂ ਉਹਦੇ ਵਿੱਚੋਂ ਹੀ ਲੰਗਰ ਛਕ ਲਵੋ, ਉਹ ਦਾਣੇ ਮੇਰੇ ਘਰ ਪਏ ਨੇ। ਮਾਰੇ ਕਹਿੰਦੇ ਨਾ, ਅਸੀਂ ਤੇਰਾ ਲੰਗਰ ਪ੍ਰਵਾਨ ਨਹੀਂ ਕਰਨਾ। ਸਾਧ ਸੰਗਤ ਕਹਿੰਦਾ ਤੁਸੀਂ ਜਿਹੜਾ ਮਰਜ਼ੀ ਬਚਨ ਮੈਨੂੰ ਕਰ ਦਿਓ, ਮੈਂ ਮੰਨਾਂ, ਪਰ ਲੰਗਰ ਛਕੋ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਚੋਰੀ ਤੂੰ ਛੱਡਣੀ ਨਹੀਂ, ਤੂੰ ਆਪ ਹੀ ਕਹਿੰਦਾ ਮੈਂ ਚੋਰੀ ਮੈਂ ਛੱਡ ਹੀ ਨਹੀਂ ਸਕਦਾ, ਮੇਰੀ ਮਜਬੂਰੀ ਬਣ ਚੁੱਕੀ ਹੈ। ਸਾਧ ਸੰਗਤ ਉਸ ਸਮੇਂ ਤੇ ਮਹਾਰਾਜ ਕਹਿੰਦੇ ਇੱਕ ਬਚਨ ਮੰਨੇਗਾ, ਕਹਿੰਦੇ ਜੀ ਦੱਸੋ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਜ਼ਿੰਦਗੀ ਅੰਦਰ ਸੱਚ ਬੋਲਣਾ ਹੈ। ਕਹਿੰਦਾ ਜੀ ਮੰਨ ਲਿਆ, ਅੱਜ ਤੋਂ ਬਾਅਦ ਮੈਂ ਸੱਚ ਹੀ ਬੋਲਾਂਗਾ। ਫੇਰ ਮਹਾਰਾਜ ਕਹਿਣ ਲੱਗੇ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਕਹਿੰਦਾ ਜੀ ਸਤ ਬਚਨ। ਫੇਰ ਮਹਾਰਾਜ ਕਹਿੰਦੇ ਧਰਮੀ ਬਣ ਕੇ ਰਹਿਣਾ, ਧਰਮੀਆਂ ਉੱਪਰ ਜ਼ੁਲਮ ਨਹੀਂ ਕਮਾਉਣਾ, ਗਰੀਬਾਂ ਉੱਪਰ ਮਾਰ ਧਾੜ ਨਹੀਂ ਕਰਨੀ ਹੈ। ਕਹਿੰਦਾ ਜੀ ਸਤ ਬਚਨ। ਮਹਾਰਾਜ ਕਹਿੰਦੇ ਤਿੰਨ ਬਚਨ ਕਮਾ ਲਓ। ਬੜਾ ਖੁਸ਼ ਹੋਇਆ ਵੀ ਕਿਤੇ ਮੈਨੂੰ ਚੋਰੀ ਛੱਡਣ ਵਾਸਤੇ ਨਹੀਂ ਆਖਿਆ ਮਹਾਰਾਜ ਨੇ। ਹੁਣ ਸਾਧ ਸੰਗਤ ਜੀਓ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਇਹਨੇ ਲੰਗਰ ਫਿਰ ਛਕਾਇਆ। ਸਤਿਗੁਰੂ ਜੀ ਰਵਾਨਾ ਹੋ ਗਏ। ਤੇ ਇੱਕ ਦਿਨ ਦਾ ਸਮਾਂ ਹੈ ਤੇ ਕਹਿਣ ਲੱਗਿਆ ਵੀ ਹੁਣ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਤੇ ਚੋਰੀ ਕਰੀਏ ਤੇ ਕਿਸੇ ਰਾਜੇ ਦੇ ਘਰ ਰਾਜ ਭਾਗ ਲੁੱਟੀਏ। ਤੇ ਗਿਆ ਰਾਜੇ ਧਰਾਜ ਦੇ ਰਾਜ ਭਾਗ ਵਿੱਚ ਗਿਆ। ਇਹਨੇ ਕੀ ਕੀਤਾ, ਰਾਜਿਆਂ ਵਾਲੇ ਵਸਤਰ ਪਹਿਨ ਲਏ, ਘੋੜੇ ਤੇ ਚੜ ਕੇ ਗਿਆ, ਅਹਿਲਕਾਰ ਖੜੇ ਨੇ। ਉਹ ਕਹਿੰਦੇ ਕੌਣ ਹੈ ਤੂੰ? ਕਹਿੰਦਾ ਚੋਰ। ਝੂਠ ਨਹੀਂ ਬੋਲੇ, ਕਹਿੰਦੇ ਚੋਰ ਆ। ਉਹ ਹੱਸਣ ਲੱਗ ਪਏ, ਕਹਿੰਦੇ ਵੀ ਕੱਪੜੇ ਤੇ ਰਾਜਿਆਂ ਮਹਾਰਾਜਿਆਂ ਵਾਲੇ ਪਾਏ ਨੇ, ਇੱਕ ਰਾਜਾ ਕਿਵੇਂ ਚੋਰ ਹੋ ਸਕਦਾ? ਕੋਈ ਰਾਜੇ ਦਾ ਰਿਸ਼ਤੇਦਾਰ ਹੈ, ਲੰਘ ਜਾਣ ਦੇ। ਸੱਚ ਬੋਲਿਆ ਤੇ ਲੰਘ ਜਾਣ ਦਿੱਤਾ। ਅੰਦਰ ਵੜ ਗਿਆ। ਅੰਦਰ ਜਾ ਕੇ ਨੇ ਹੀਰੇ ਜਵਾਹਰਾਤ ਦਾ ਧਨ ਪਦਾਰਥ ਇੱਕ ਗਠੜੀ ਵਿੱਚ ਸਾਰੇ ਇਕੱਠੇ ਕਰਕੇ ਬੰਨ ਲਏ। ਹੁਣ ਇਹਨੂੰ ਲੱਗੀ ਹੋਈ ਸੀ ਭੁੱਖ, ਰਾਤ ਦਾ ਸਮਾਂ ਸੀ। ਇੱਕ ਪਾਸੇ ਇੱਕ ਬਾਟੀ ਵਿੱਚ ਕਹਿ ਲੋ ਕੋਲੀ ਵਿੱਚ ਚਿੱਟਾ ਜਿਹਾ ਪਦਾਰਥ ਪਿਆ ਸੀ। ਇੱਕ ਜਾਣ ਲੱਗਿਆ ਨਾ, ਜਦੋਂ ਲੁੱਟਿਆ ਹੋਇਆ ਸਮਾਨ ਚੁੱਕ ਕੇ ਜਾਣ ਲੱਗਿਆ ਤੇ
मन विच इच्छा यार हुई भी ये खा के वेख ला की पिया। उंगल ला के अपनी जीभ ते चट के वेखदा ते लूण जिहा स्वाद आया। उसे समय बन्नी बनाई गठड़ी धन पदार्थ दी हीरे जवाहरात लाल जी दे विच ने वो बन्नी बनाई गठड़ी उत्थे ही रख दिती। फिर राज भाग विचों निकल गया। सवेर हुई रौला पै गया राजे दे राज में चोरी हो गई, राज भाग लुटिया गया। राजे ने सारे एहलकार इकट्ठे कीते, कहंदे आया कौन सी? कहंदे एक राजा आया सी। कहंदे अच्छा, पर कहंदे चोरी ते कीती पर लुटिया होया माल इत्थे ही छड्ड गया। अंदर भी आ गया, समान भी चुक लिया, बन भी लिया, ताले भी तोड़ लए, पर छड्ड क्यों गया? राजे जिहड़े लोग होया करदे ने जिन्हां दे मन विच शंका पै जे जिथों तक निविरत ना होवे इन्हां नूं चैन नहीं आउंदा। साध संगत कहण लगिया जिन्ने प्रजा विच चोर ने सारियां नूं फड़ फड़ के कुटापा चाड़ो, कोई ना कोई जरूर विचों निकले। बस एहलकार जांदे ने, जिन्हों वेखदे ने फड़ के ते सोटी चीकां निकलदियां, हाय खिलाफ राज भाग विच हाहाकार मच गई। हुण इहदे कन्नां तक आवाज पहुंच गई। इहने वेख्या भी गरीबां उपर मार धाड़ हो रही है, ते मेरे गुरु ने मैनूं वचन कीता है, सहार ना सकिया। बस उस समय राज भाग विच पहुंच गया, जाके सच दस्सिया। कहंदे राजे आ चोरी मैं कीती, इन्हां नूं छड्ड दे। वो कहंदे आ गया चोर सामने। राजा कहन लग्या भी चोरी तू कीती ठीक है, पर एक गल दस, लुटिया होया समान तू छड्ड के क्यों गया? वो कहंदा मैं बचन कमाया। कहंदे किहदा बचन? कहंदे सतगुरु गुरु नानक साहिब महाराज। कहंदे किहड़ा बचन? कहंदे मेरे महाराज ने मैनूं बचन कीता सी झूठ ना बोली, सदा सच बोली। मैं आया, वस्त्र मैं बदले हुए सी, राजे महाराजियां वाले पाए सी। एहलकारां ने मैनूं पुछया कौन है तू? मैं पुछो इन्हां नूं, मैं कहा मैं चोर हां। वो कहंदे कहा इन्हें? राजा कहंदे जी बिल्कुल इन्हें कहा। कहंदे फिर भी तुसीं जान दिता है? कहंदे जान तां दिता भी ये चोर ते लगदा ही नहीं है ही राजा। कहंदे चलो ये भी गल भी तू सच बोली, कमाल लिया एक बचन महाराज दा। कहंदे फिर तू लुटिया होया समान क्यों छड्ड गया है? तेरा काम चोरी करना सी। कहंदे लुटिया होया समान मैं छड्डना नहीं सी, पर महाराज दा बचन सी मैनूं लूण खा के हराम नहीं करना। पदार्थ कोली विच पिया सी चिट्टा जिहा, मैं अपनी रसना ते रखिया, जीभ ते रखिया, लूण वर्गा स्वाद आया। ते फिर मैनूं महाराज दा बचन याद आया भी एक बचन कमाया दूजा भी कमाई। चोरियां ते रोज ही करना, छड्ड गया मैं इत्थे लूण खा के राजिया, तेरा हराम नहीं कीता। कहंदे फिर मैनूं मेरे तो डर नहीं आया भी राजा की सजा देवेगा? तू राजे दे राज भाग विच चोरी कीती है। ते साध संगत भूमिया चोर कहन लग्या राजन मैनू डर नहीं आया, पर जदों गरीबां उपर मार पै रही सी ते मेरे गुरु नानक साहब का मैनू बचन सी गरीब मार भी नहीं करते। धर्म कमाउणा है ते मेरे धर्म ने मैनू इजाजत नहीं दी, भावें मैं एक चोर ही हां। वेखो एक चोर ने 3 बचन कमाए, आखो जी सतनाम। असी चोर भी है नहीं, असी बचन भी नहीं कमाउंदे, असी चोरी भी नहीं करते, सानू बचन कमाउणे ही नहीं आउंदे। रोज बचन आपां सुणदे आ महाराज। राजा बड़ा खुश होया, कहंदा कमाल दा तू चोर है, सियाणप तेरी बड़ी है, चल मैनू ऐसे गुरु दे दर्शन करा दे। लै गया राजे धराज नूं। भूमिया चोर गुरु नानक देव पातशाह महाराज दे दर्शन कराए। महाराज ने आख्या राजिया की भावना है? आदा जी मेरे घर पुत्र नहीं। महाराज कहंदे तेरे घर पुत्र होवेगा। इन्नी गल कह दी, अपने राज भाग विच सत संगत कराया।
राजे ने महाराज का बचन मन्निया। गुरु नानक साहब महाराज का संगत कराउणी उन्हें शुरू कर दी। परमेश्वर की ऐसी विधि हुई, राजे के घर ना लड़की पैदा हो गई। हुण भरोसा सी भी महाराज ने आख्या जी पुत्र पैदा होगा ते पैदा होगी लड़की, पर भरोसा रखिया लड़की जवान होगी, पर जिहड़ी लड़की सी वो राजे महाराजियां वर्गे कपड़े पा के रखदी सी। बिल्कुल ते साध संगत राजे ने अपनी लड़की का ब्याह करने वास्ते किसी राजे होर दी लड़की वेखी, उन्होंने आख्या मेरा पुत्र है। हुण नाल जान वाले होर भी राजे सी, पर वो राजे ते हैरान सन। तो समय बरात जा रही है, राजा धराज नाल ते वो लड़की जेड़ी पुरखां वाले राजियां वाले कपड़े पाए सी, ओदे अगों दी हिरन लग्या ते उन्हें अपना घोड़ा जेड़ा सी ना हिरन दे पिछे दड़ा दिता। ते जंगल विच गुरु नानक देव पातशाह महाराज बैठे हुए सन। अमृत रस विच एक कथा लिखी हुई है। ज्ञानी गुरबचन सिंह जी खालसा भंडारा वाले महापुरखां दा ये महान ग्रंथ। उस समय कहंदे ਉਹ ਜਿਹੜੀ ਲੜਕੀ ਸੀ ਉਹਨੇ ਵੇਖਿਆ ਬਾਬੇ ਨਾਨਕ ਨੂੰ ਤੇ ਜਾ ਕੇ ਉਹਨੇ ਮੱਥਾ ਟੇਕਿਆ ਤੇ ਮਹਾਰਾਜ ਦੇ ਮੂੰਹੋਂ ਨਿਕਲਿਆ, ਕਾਕਾ ਤੂੰ ਠੀਕ ਹੈ? ਤੂੰ ਕਿਹਦਾ ਕਾਕਾ ਹੈ? ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਬਾਬੇ ਨਾਨਕ ਦੀ ਉਸ ਲੜਕੀ ਦੇ ਮੂੰਹ ਤੇ ਦਾੜਾ ਆ ਗਿਆ। ਉਹਦੇ ਸਰੀਰ ਦੇ ਅੰਗਾਂ ਦੀ ਬਣਾਵਟ ਪੁਰਖਾਂ ਵਾਲੀ ਹੋ ਗਈ। ਤੇ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਪੋ ਪੰਡਤ ਤੇ ਮੁਗਦਾਰੀ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਤਿਸ ਮੂਰਖ ਗੁਰ ਬਲਿਹਾਰੀ। ਸਾਧ ਸੰਗਤ ਉਸ ਨਾਰੀ ਨੂੰ पुरख का रूप मिल गया। गुरु नानक साहब महाराज का बचन सत होया। ते जदों लड़की जाके बरात नाल मिली, जो लड़का बन चुकी सी, राजा धराज ने आख्या वेखो राजिओ, ओ आउंदा मेरा लड़का, ओ है मेरा पुत्र। मैनूं गुरु ते भरोसा सी, ए विधि होनी सी, भावना बनी। महाराज ने तारिया जी। गुरु नानक देव पातशाह महाराज दे गुण बेअंत ने। आओ जी, जिन्हां ने बचन कमाए वो तर गए, अज उन्हां दीयां साखियां गवाही भर रही। आज साक्षी साक्षात वो गवाही भर के दसदियां ने। बाबे नानक ने आके संसार में तारिया, कितने को तारिया उन्हां दी गिणती नहीं है। एक धारणा पढ़ के आपां समाप्ति करिए, फिर रात्रि के दीवाना विच आपां रहिंदियां विचारां करांगे। खुशी विच पढ़ियो सारे, धारणा बहुत ने, बड़ियां सीधियां सीधियां धारणा ने, पर आपां समय नूं रोकीए, समय विच समाप्ति करिए। बड़ा इतिहास है गुरु नानक देव पातशाह महाराज का, कई कई घंटे लंघ जाणगे। विच ननकाने आया सतगुरु मेरा नानक जी, 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 विच ननकाने आया सतगुरु मेरा नानक जी।
बिच ललकाने आया सतगुरु मेरा नानक जी। मेरा नानक जी, मेरा नानक जी, सतगुरु मेरा नानक जी, मेरा नानक जी, मेरा नानक जी, सतगुरु मेरा नानक जी, मेरा बाबा 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 नानक जी, बिच तलवंडी आया, बिच तलवंडी आया सतगुरु मेरा नानक जी, 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 बिच तलवंडी आया बाबा मेरा नानक जी, बिच तलवंडी आया सतगुरु 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 मेरा नानक जी। सत संगत जीओ, गुरु नानक देव पातशाह महाराज जी दे प्रकाश दिहाड़े दियां ਸਰਬੱਤ ਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਇਤਿਹਾਸ ਦੀਆਂ ਵਿਚਾਰਾਂ ਕਰਦੇ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਗੁਰੂ ਜੀ ਬਖਸ਼ਣ ਯੋਗ ਨੇ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਰਦਾਸ ਕਰਿਓ ਕੀਰਤਨ ਕਰਨ ਦੀ ਜਾਂਚ ਆ ਜਾਵੇ, ਸੰਗਤਾਂ ਦੀ ਸੇਵਾ ਕਰਨ ਦੀ ਜਾਂਚ ਆ ਜਾਵੇ। ਆਓ ਹੁਣ ਸਰਬੱਤ ਸੰਗਤਾਂ ਗੁਰਸਤੂਤਰ ਵਿੱਚ ਬੋਲ ਕਰਕੇ ਆਨੰਦ ਸਾਹਿਬ ਦੇ ਪਾਠ ਹੋ ਚੁੱਕੇ ਨੇ। ਗੁਰਸਤੂਤਰ ਪੜਿਆ ਜਾਵੇਗਾ, ਅਰਦਾਸਾਂ ਬੇਨਤੀਆਂ ਹੁਕਮਨਾਮੇ ਗੁਰੂ ਕਾ ਲੰਗਰ ਛਕ ਕੇ ਫਿਰ ਸੰਗਤਾਂ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਠੀਕ 7 ਵਜੇ ਦੀਵਾਨ ਸ਼ੁਰੂ ਹੋ ਜਾਣੇ ਨੇ। ਪਹਿਲਾ ਰਹਿਰਾਸ ਸਾਹਿਬ ਦੇ ਪਾਠ 7 ਤੋਂ 9 ਦਾ ਸਮਾਂ, 9 ਤੋਂ 10 ਵਜੇ ਤੱਕ ਅਸਤਬਾਜੀ ਵੀ ਹੋਵੇਗੀ। ਜਿਨ੍ਹਾਂ ਜਿਨ੍ਹਾਂ ਕੋਲੇ ਭਾਈ ਪਟਾਕੇ ਵਗੈਰਾ ਅਸਤਬਾਜ਼ੀਆਂ ਪਈਆਂ ਹੋਈਆਂ ਨੇ, ਕਈਆਂ ਨੇ ਦੀਵਾਲੀਆਂ ਦੇ ਸਾਂਭ ਕੇ ਰੱਖੇ ਹੋਏ, ਉਹ ਲੈ ਆਇਓ, ਆਪਾਂ ਗੁਰਦੁਆਰਾ ਸਾਹਿਬ ਹੀ ਚਲਾਉਣੇ ਨੇ। ਇੱਕ ਮੈਸੇਜ ਵੀ ਆਇਆ ਸੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਅੰਦਰ ਸਾਰੀ ਸਿੱਖ ਕੌਮ, ਸਾਰੇ ਹੀ ਮਜ਼ਹਬ ਜ਼ਾਤ ਦੇ ਜਿਤਨੇ ਵੀ ਸੰਸਾਰ ਦੇ ਜੀਵ ਨੇ, ਉਹਨਾਂ ਨੇ ਅਸਮਾਨ ਨੂੰ ਰੁਸ਼ਨਾਉਣਾ ਹੈ। ਇਹ ਜਿਹੜੇ ਪੈਰਾਸ਼ੂਟ ਹੁੰਦੇ ਨੇ ਨਾ, ਕਹਿੰਦੇ ਉਹ 12 ਤਰੀਕ ਨੂੰ ਹਰ ਘਰ ਵਿੱਚੋਂ ਇੱਕ ਇੱਕ ਭਾਵੇਂ 2-2 ਛੱਡੇ ਜਾਣ। ਜਦੋਂ ਆਕਾਸ਼ਾਂ ਵਿੱਚ ਉਹ ਜਾਣਗੇ ਸਾਰਾ ਅਸਮਾਨ ਵੀ ਗੂੰਜ ਉੱਠੇਗਾ, ਪ੍ਰਕਾਸ਼ ਹੋਵੇਗਾ। ਇਹਨਾਂ ਚਾਹੇ ਤੇ ਆਪਾਂ ਅੱਜ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਵੱਧ ਤੋਂ ਵੱਧ ਆਪਾਂ ਚਾਅ ਦੇ ਨਾਲ, ਖੁਸ਼ੀ ਦੇ ਨਾਲ ਮਨਾਈਏ। ਸਤਿਗੁਰਾਂ ਦੀ ਬੜੀ ਵੱਡੀ ਦਾਤ ਹੈ, ਬੜਾ ਵੱਡਾ ਖਜ਼ਾਨਾ ਮਹਾਰਾਜ ਸਾਨੂੰ ਦੇ ਕੇ ਗਏ ਨੇ। ਗੁਰ ਇਤਿਹਾਸ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਇਹ ਰਤਨਾਂ ਤੋਂ ਵੀ ਮਹਿੰਗੇ ਨੇ। ਸਵਾਉ ਸਤ ਸੰਗਤ ਗੁਰਸਤੂਤਰ ਪੜਿਆ ਜਾਵੇਗਾ।
ਉਪਰੰਤ ਅਰਦਾਸ ਬੇਨਤੀ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਜੀ ਧਨ ਹੈ। ਪੜੋ ਭੈਣਾ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਜੀ ਧਨ ਹੈ। ਧਨ ਹੈ ਧਨ ਹੈ ਗੁਰੂ ਅੰਗਦ ਦੇਵ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਗੁਰੂ ਰਾਮਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਵਾਹਿਗੁਰੂ ਧਨ ਹੈ ਧਨ ਧਨ ਗੁਰੂ ਹਰਿ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਿ ਸਾਹਿਬ ਜੀ ਧਨ ਹੈ। ਵਾਹਿਗੁਰੂ ਧਨ ਹੈ ਧਨ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧਨ ਹੈ। ਵਾਹਿਗੁਰੂ ਧਨ ਹੈ ਧਨ ਹੈ ਧਨ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਜੀ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਮੇਰਾ ਪੰਥ ਖਾਲਸਾ ਧਨ ਹੈ। ਧਨ ਹੈ ਧਨ ਹੈ ਧਨ ਹੈ ਮੇਰਾ ਪੰਥ ਖਾਲਸਾ ਧਨ ਹੈ। ਤੇਰਾ ਵਾਹਿਗੁਰੂ ਧਨ ਹੈ ਧਨ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਵਾਹਿਗੁਰੂ ਧਨ ਹੈ ਧਨ ਹੈ ਧਨ ਪਿਆਰੀ ਸਾਧ ਸੰਗਤ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਪਿਆਰੀ ਸਾਧ ਸੰਗਤ ਜੀ ਧਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਜੀ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ।
साध संगत जीओ, बड़ा प्यार प्रेम संगतां विच बैठे हुए ने। अति सत्कारयोग वीर सतपाल सिंह जी सैकटरी साहब, जिन्होंने प्रेम विच दास नूं एक गिफ्ट दिता है 550 साल प्रकाश दिहाड़े संबंध अंदर गुरु नानक साहब महाराज दी खुशियां बड़े प्यार नाल लिखिया। बाबा जी अगे खंडा 550 साल, बड़ी प्यारी घड़ी। ये प्रेम दियां निशानियां ने। आ भी घड़ी मैं जिहड़ी बन्नी हुई है ये भी पाकिस्तान तो आई। मेरा बड़ा वीर फौज में है, उसकी ड्यूटी लगी बॉर्डर से, उन्हें किसी उधरले फौजी को पैसे दे के मेरे वास्ते मंगाए। सो प्रेम दियां खेडां ने। अज ये गिफ्ट मेरे वीर सतपाल सिंह जी ने बड़े चाह नाल कहंदे, मैनूं शौक इन्ना चढ़दा जदों तुसीं कीर्तन करदे हो। मैं मेरे नाल उम्र च वड्डे ने, मेरे पैरी हाथ लाउण तक जाते ने। मैं बड़ा दिलों सत्कार करता इहो जिहे प्यारियां दा जिहड़े कीर्तन नाल प्यार करदे ने। सत श्री अकाल। ये तुहाडा संगतां दा प्यार है, तुसीं मैनूं बड़ा प्यार दिंदे हो। कल बीबियां मैनूं कहंदियां सी, बाबा जी जदों तुसीं कीर्तन करदे हो ते किसी बच्चे दी आवाज़ नहीं आउंदी। कहंदे गल की आ? मैं कहा सप दे किहड़ा कंन हुंदे ने, उहनूं किवें पता लग जांदा कि मैनूं कोई मारन आ रहा है जां कोई मेरा राह रोक रहा है। सप जीभ कढ़दा है, ओहदी जीभ ते कीटाणु जो पै जांदे ने वाइब्रेशन द्वारा, उहनूं पता लग जांदा मेरे वाल कोई आ रहा है। आ जिहड़े बाबे नानक दी बाणी दे शब्द ने, ये तुहाडे कन्नां विच पै रहे ने, तुहाडे मनां ते असर करदे ने, तां ही तुसीं सुणदे हो। मैनूं कौन सुणे, मेरे वर्गे बड़े फिरदे ने। प्यारिओ, ये बाबे नानक दी बाणी तुहानूं बिठाउंदी है। ये गुरु नानक देव पातशाह महाराज की कृपा है। भाई मरदाने की रबाब जेड़ा जेड़ा सुनता सी मस्त हो जाता सी। आपां रात के दीवान में सुनांगे। बड़ा धन्यवाद सारिया संगतां दा, वीर सतपाल सिंह जी दा। घड़ी तो मैनूं चेते आ रहा भी समय का पाबंद मैं भी नहीं है। घड़ी समय के पाबंद विच है, बंदे नूं रहण वास्ते दसदी है। मैं संगतां नूं कहा सी 12:30 बजे तक, पर समा 1 बज गया। खिमा मंगदा आ। आओ जी श्लोक पढ़िए। लोक पावण गुरु पावण